डाउन तो पहला ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। जी हाँ, ड्रीमलाइनर एक्सप्रेस कंपनी कैलगरी अल्बर्टा कैनेडा जिन्हां नूं साफ सुथरे रिकॉर्ड ते 2 साला तजर्बे वाले ड्राइवर्स दी लोड़ है। इन्हां कोल कैलगरी अल्बर्टा तो कैलिफोर्निया ते एरिजोना दे सिद्धे रन। इन्हां कोल ड्राई ते रीफर लोड भी है। होम रिटर्न विद इन 5 days, बाई वीकली ते चंगी तनख्वाह दिंदे आ और हाँ सिंगल ते टीम्स दोनां नूं हायर करदे ने। वधेरे जानकारी लई कॉल 403 404 9501 403 404 9501 ड्रीमलाइनर एक्सप्रेस कंपनी कैलगरी अल्बर्टा कैनेडा। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨਈਆਸ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 855600 2064 ਅਤੇ 8556 02071। ट्रकिंग वाले वीरो ध्यान नाल सुनो। ट्रक जिद्दां दा भी चलाउने हो, मैनुअल या ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लो जी तीजी लोकेशन भी खोल दिया, एग्जिट 579 फ्रॉम हाईवे 401 इन नापनी। आहो जी कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब, द वन स्टॉप शॉप। 5196220660 या quicktrucklube.com। QTL, because we care। JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 engines, international ਅਤੇ automatic transmissions, 5 ਸਾਲ ਦਾ Freightline dealership ਦਾ experience। ਇਹ ਇੰਜਨ, ਟਰੱਕ, ਟ੍ਰੇਲਰ, AC, electrical, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। Certified 90 day DOT inspection ਅਤੇ Certified annual federal DOT inspection ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ, ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360652 6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ KFC ਮੈਕਡੋਨਲਡਸ ਬੈਸਟ ਪ੍ਰਾਈਸ ਅਤੇ ਫੈਕਟਰੀ ਆਊਟਲੈਟ ਤੋਂ 2 ਮਿੰਟ ਦੀ ਡਰਾਈਵ ਤੇ ਸ਼ਾਨਦਾਰ ਰੈਜ਼ੀਡੈਂਸ਼ੀਅਲ ਏਰੀਆ ਮਾਡਲ ਟਾਊਨ ਪੁੱਚੋ, ਜੋ ਬਠਿੰਡਾ ਤੋਂ ਸਿਰਫ 10 ਮਿੰਟ ਦੀ ਦੂਰੀ ਤੇ ਹੈ। ਹਰ ਤਰ੍ਹਾਂ ਦੀ ਸਹੂਲਤ ਨਾਲ ਲੈਸ ਕਲੋਨੀ ਦੇ ਵਿੱਚ ਸਾਰੇ ਡਿਵੈਲਪਮੈਂਟ ਕੰਮ ਪੂਰੇ ਹੋ ਚੁੱਕੇ ਨੇ ਤੇ ਤੁਸੀਂ ਅੱਜ ਹੀ ਰਿਹਾਇਸ਼ ਕਰ ਸਕਦੇ ਹੋ। ਮਾਡਲ ਟਾਊਨ ਪੁੱਚੋ ਵਿੱਚ ਪਲਾਟ ਲੈਣ ਲਈ ਸੰਪਰਕ ਕਰੋ 9988333600। ਇੱਥੇ ਇਨਵੈਸਟਮੈਂਟ ਕੀਤੀ ਤੁਹਾਨੂੰ ਬਹੁਤ ਵਧੀਆ ਰਿਟਰਨ ਵੀ ਦੇਵੇਗੀ। ਜੱਸੀ ਆ ਕੀ ਅਸੀਂ ਪਹੁੰਚ ਵੀ ਗਏ, ਤੁਸੀਂ ਹਾਲੇ ਤਿਆਰ ਨਹੀਂ ਹੋਏ? ਜਾਣਾ ਨਹੀਂ ਜਸਮੀਤ ਹੋਰਾਂ ਦੀ ਪਾਰਟੀ 'ਚ? ਤਿਆਰ ਕੀ ਹੋਵਾਂ, ਪ੍ਰੀਤ ਦੇ ਪਾਪਾ ਤਾਂ ਆਏ ਨਹੀਂ। ਕਿਉਂ, ਕੀ ਹੋ ਗਿਆ? ਹੋਣਾ ਕੀ ਆ, ਉਹਨਾਂ ਨੂੰ ਤਾਂ ਆਪਣੇ ਪਿਆਰੇ ਟਰੱਕ ਦੀਆਂ ਸਮੱਸਿਆਵਾਂ ਤੋਂ ਹੀ ਵੇਲ ਨਹੀਂ ਮਿਲਦੀ। ਘਰੇ ਤਾਂ ਆਉਣਾ ਨਹੀਂ, ਜਦੋਂ ਦੇਖੋ ਖਰਾਬ ਹੀ ਰਹਿੰਦਾ। ਅਕਾਲ ਟਰੱਕ ਐਂਡ ਟ੍ਰੇਲਰ ਕੈਨੇਡਾ ਵਾਲਿਆਂ ਦਾ ਨਹੀਂ ਪਤਾ ਹੋਣਾ ਉਹਨੂੰ, ਤਾਂ ਹੀ ਇੰਨਾ ਟਾਈਮ ਵੇਸਟ ਕਰਦਾ ਉਹ। ਉਹਨੂੰ ਅੱਜ ਹੀ ਕਹਿ ਕਿ ਅਕਾਲ ਟਰੱਕ ਤੇ ਟ੍ਰੇਲਰ ਵਾਲਿਆਂ ਦੇ ਜਾ ਤੇ ਆਪਣੇ ਟਰੱਕ ਨੂੰ 9x9 ਬਣਾ।
ਜੀ ਹਾਂ, ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ, ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ ਹੈ, DOT ਸੇਫਟੀ ਇੰਸਪੈਕਸ਼ਨਸ ਕਰਦੇ ਹੈ। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ, ਟਰਾਂਸਮਿਸ਼ਨ, ਡਿਫਰੈਂਸ਼ੀਅਲ ਤੇ ਕਲਚ ਜੌਬਸ, ਆਇਲ ਚੇਂਜ, ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ ਹੈ ਜੀ। ਇਹ MPI ਅਪਰੂਵਡ ਨੇ ਔਰ ਹਾਂ, ਇਹ ਸੀਜ਼ਨਲ ਸਰਵਿਸਿਜ਼ ਵੀ ਪ੍ਰੋਵਾਈਡ ਕਰਦੇ ਹੈ। 24 ਘੰਟੇ 7 ਦਿਨ ਦੀ ਸਰਵਿਸਿਜ਼ ਲਈ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ 204 459 2000 ਜਾਂ ਫਿਰ ਕਾਲ ਕਰੋ 204 777 0460। ਬੇਕਰਸਫੀਲਡ ਵਿਖੇ ਯੂਨੀਅਨ ਅਤੇ ਪਲਾਨਸ ਰੋਡ ਦੇ ਕਾਰਨਰ ਤੇ ਖੁੱਲ ਗਿਆ ਹੈ ਨਵਾਂ ਟਰੱਕ ਸਟਾਪ ਯੂਨੀਅਨ ਵਿਲੇਜ, ਜਿੱਥੇ ਮਿਲਦਾ ਹੈ ਵਧੀਆ ਗੈਸ ਅਤੇ ਬਿਨਾ ਬਾਇਓਡੀਜ਼ਲ ਦੇ ਵਧੀਆ ਤੇ ਸਸਤਾ ਡੀਜ਼ਲ, ਹਰ ਤਰ੍ਹਾਂ ਦੀ ਗਰੋਸਰੀ, ਚਾਈਨੀਜ਼ ਅਤੇ ਇੰਡੀਅਨ ਰੈਸਟੋਰੈਂਟ, ਜਿੱਥੇ ਮਿਲੇਗਾ ਵਧੀਆ ਖਾਣਾ, 2 ਪਰੌਂਠੇ ਸਿਰਫ 499 ਚ। ਟਰੱਕ ਡਰਾਈਵਰ ਵੀਰਾਂ ਲਈ 2 ਗੋ ਅਤੇ ਬੈਠ ਕੇ ਖਾਣ ਲਈ ਵਧੀਆ ਜਗ੍ਹਾ, ਨਵੇਂ ਅਤੇ ਪੁਰਾਣੇ ਟਾਇਰਾਂ ਲਈ ਅਤੇ ਟਰੱਕਾਂ ਦੀ ਮਾਈਨਰ ਰਿਪੇਅਰ ਲਈ ਅੱਜ ਹੀ ਕਾਲ ਕਰੋ ਸੁਖੀ ਘੁੰਮਣ 661 885 8858 661 885 8858। ਐਡਰੈਸ 2201 ਸਾਊਥ ਯੂਨੀਅਨ ਐਵੇਨਿਊ, ਬੇਕਰਸਫੀਲਡ, ਕੈਲੀਫੋਰਨੀਆ 93307। ਯੂਨੀਅਨ ਵਿਲੇਜ। ਸੋ ਪ੍ਰੋਗਰਾਮ ਸ਼ਮਾਦਾਂ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਪ੍ਰਾਈਮ ਪ੍ਰਾਪਰਟੀਜ਼ ਐਂਡ ਰੀਅਲ ਸਟੇਟ ਦੇ ਧੰਨਵਾਦੀਆਂ ਜੀ, ਜਿਨ੍ਹਾਂ ਨੇ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ। ਇਹ ਚੰਡੀਗੜ੍ਹ, ਜ਼ੀਰਕਪੁਰ ਤੇ ਖਰੜ, ਮੁਹਾਲੀ ਦੇ ਆਲੇ ਦੁਆਲੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ ਤੇ ਐਗਰੀਕਲਚਰ ਲੈਂਡ ਦੇ ਵਿੱਚ ਡੀਲ ਕਰਦੇ ਨੇ। ਜੇਕਰ ਤੁਸੀਂ ਪ੍ਰਾਪਰਟੀ ਖਰੀਦਣਾ ਤੇ ਵੇਚਣਾ ਚਾਹੁੰਦੇ ਹੋ ਜਾਂ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਤਾਂ ਕਿੰਨੀ ਕੁ ਰਿਟਰਨ ਹੋਏਗੀ, ਕਿਸ ਤਰ੍ਹਾਂ ਦੀ ਪ੍ਰਾਪਰਟੀ ਲੈਣੀ ਚਾਹੀਦੀ ਹੈ, ਕੀ ਕੁਛ ਅੱਗੇ ਫਿਊਚਰ ਹੈਗਾ ਇਸ ਦੇ ਪ੍ਰਾਪਰਟੀ ਦੇ ਵਿੱਚ, ਬਾਹਰੋਂ ਬੈਠ ਕੇ ਕਿਵੇਂ ਪ੍ਰਾਪਰਟੀ ਖਰੀਦਣੀ ਹੈ, ਕਿਤੋਂ ਵੀ ਤੁਸੀਂ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਤਾਂ 89360 ਪੈਂਟਾ 0 ਦੇ ਉੱਤੇ ਕਾਲ ਕਰ ਸਕਦੇ ਹੋ ਜਾਂ 9855555960 ਤੇ ਕਾਲ ਕਰ ਸਕਦੇ ਹੋ। ਤੀਜਾ ਨੰਬਰ ਹੈ ਜੀ 9855 40009 ਤੇ ਕਾਲ ਕਰ ਸਕਦੇ ਹੋ। ਓਨਰ, ਆਪਰੇਟਰ ਤੇ ਡਰਾਈਵਰ ਵੀਰ ਇੱਕ ਨੰਬਰ ਨੋਟ ਕਰ ਲੈਣ। ਨੰਬਰ ਹੈ ਜੀ ਗੁਰਵਿੰਦਰ ਸਿੰਘ ਢਾਲੀਵਾਲ ਹੋਰਾਂ ਦਾ 206 354 4060 ਤੇ ਜਗਦੇਵ ਸਿੰਘ ਸੰਧੂ ਹੋਰਾਂ ਦਾ 253 266 6924। ਇਹ ਤੁਹਾਨੂੰ ਹਾਇਰ ਕਰ ਰਹੇ ਨੇ ਸੈਟਲ ਏਰੀਆ ਦੇ ਵਿੱਚ ਲੋਕਲ ਕੰਮ ਦੇਣ ਦੇ ਲਈ, ਤੁਹਾਨੂੰ ਲੋਕਲ ਜੌਬ ਦਿੰਦੇ ਨੇ। ਤੁਸੀਂ ਬੱਚਿਆਂ ਨਾਲ ਵੱਧ ਸਮਾਂ ਵਧੀਆ ਬਤੀਤ ਕਰ ਸਕਦੇ ਹੋ, ਅੱਛੀ ਇਨਕਮ ਵੀ ਲੈ ਸਕਦੇ ਹੋ, ਲੌਂਗ ਹਾਲ ਜਾਣ ਦੀ ਜ਼ਰੂਰਤ ਨਹੀਂ ਹੈ। ਡਿਸਪੈਚ ਪੰਜਾਬੀ ਤੇ ਇੰਗਲਿਸ਼ 'ਚ ਕਰਕੇ ਦਿੰਦੇ ਨੇ। ਸੋ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਸਰਦਾਰ ਜਸਵੀਰ ਸਿੰਘ ਪੱਟੀ ਹੋਰੀ ਮੇਰੇ ਨਾਲ ਜੁੜ ਗਏ ਨੇ। ਪੱਟੀ ਸਾਹਿਬ, ਗੁਰਫਤਿਹ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਕੱਲ੍ਹ ਨੂੰ ਬੰਦ ਦਾ ਐਲਾਨ ਹੈ ਜੀ। ਸਭ ਤੋਂ ਪਹਿਲਾਂ ਤਾਂ ਬੰਦ ਦੀ ਗੱਲ ਕਰੀਏ ਤਾਂ ਕਿਸ ਨੇ ਸਹਿਯੋਗ ਕਰਨ ਦੀ ਗੱਲ ਕੀਤੀ ਹੈ ਕਿ 26 ਤਰੀਕ ਨੂੰ ਜਿਹੜਾ ਭਾਰਤ ਬੰਦ ਦਾ ਸੱਦਾ ਕਿਸਾਨਾਂ ਨੇ ਸਵੇਰੇ 6 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਦਿੱਤਾ ਹੈ, ਤੇ ਉਹਦੇ ਬਾਰੇ ਜਾਣਕਾਰੀ ਜ਼ਰੂਰ ਦਿਓ। ਇਹ ਬੰਦ ਇਕੱਲੇ ਕਿਸਾਨਾਂ ਦੇ ਜੀ, ਸਾਰੀਆਂ ਜਥੇਬੰਦੀਆਂ, ਟ੍ਰੇਡ ਯੂਨੀਅਨ ਸ਼ਾਮਲ ਨੇ, ਦੁਕਾਨਦਾਰ ਸ਼ਾਮਲ ਨੇ, ਸਾਰੇ ਵਿਦਿਆਰਥੀ ਸ਼ਾਮਲ ਨੇ, ਹਰ ਪ੍ਰਕਾਰ ਦਾ ਵਰਗ ਸ਼ਾਮਲ ਇਹਦੇ ਵਿੱਚ ਜੀ। ਉਮੀਦ ਹੈ ਵੀ ਇਹ ਬੰਦ ਪੱਕਾ ਹੋ ਜਾਏਗਾ ਤੇ ਇਹਦੇ ਨਾਲ ਜੇ ਟਰਾਂਸਪੋਰਟ ਮਹਿਕਮਾ ਉਹ ਵੀ ਸ਼ਾਮਲ ਹੋ ਗਿਆ। ਟਰੱਕਾਂ ਵਾਲਾ ਕਿ ਸਾਡੇ ਟਰੱਕ ਬੰਦ ਰਹਿਣਗੇ, ਬੱਸਾਂ ਬੱਸਾਂ ਬੰਦ ਰਹਿਣਗੀਆਂ ਤੇ ਫਿਰ ਸਰਕਾਰੀ ਬੱਸਾਂ ਦੇ ਚੱਲਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਹੁਣ ਇਹਦੇ ਸਭ ਤੋਂ ਵੱਡੀ ਗੱਲ ਇਹ ਆ ਵੀ ਸ਼੍ਰੋਮਣੀ ਕਮੇਟੀ ਨੇ ਵੀ ਕਹਿ ਦਿੱਤਾ ਵੀ ਅਸੀਂ ਆਪਣੇ ਦਫ਼ਤਰ ਬੰਦ ਰੱਖਾਂਗੇ, ਇਸ ਦਿਨ ਅਸੀਂ ਕਿਸਾਨਾਂ ਦੀ ਹਮਾਇਤ ਕਰਦੇ ਹਾਂ ਜੀ। ਈਵਨ ਇੱਥੋਂ ਤੱਕ ਬੀਬੀ ਜਗੀਰ ਕੌਰ ਨੇ ਕਹਿਤਾ ਵੀ ਜਿਹੜਾ ਅੰਮ੍ਰਿਤਸਰ ਤੋਂ ਸਾਡਾ ਦਿੱਲੀ ਇੱਕ ਨਗਰ ਕੀਰਤਨ ਜਾ ਰਿਹਾ 400 ਸਾਲਾਂ ਨੂੰ ਸਮਰਪਿਤ ਜੀ, ਉਹ ਫਤਿਹਗੜ੍ਹ ਸਾਹਿਬ ਵਿਖੇ ਠਹਿਰੇਗਾ ਤੇ ਕੱਲ ਉੱਥੇ ਵਿਸ਼ਰਾਮ ਕਰੇਗਾ ਤੇ ਇੱਕ ਦਿਨ ਲੇਟ ਚੱਲੇਗਾ ਉੱਥੋਂ, ਉਹ ਵੀ ਸਟਾਪ ਕਰਤਾ ਹਾਲ ਦੀ ਘੜੀ ਉਹਨਾਂ ਨੇ ਉੱਥੇ। ਤੇ ਜਿਹੜੀਆਂ ਸੰਗਤਾਂ ਨੂੰ ਕਹਿ ਦਿੱਤਾ ਵੀ ਜਿਹੜੇ ਪ੍ਰਬੰਧ ਤੁਸੀਂ ਇੱਕ ਦਿਨ ਪਹਿਲਾਂ ਕੀਤੇ ਸੀ, ਇੱਕ ਦਿਨ ਲੇਟ ਕਰਿਓ ਇਹਦੇ ਵਾਸਤੇ ਜੀ। ਮਤਲਬ ਬੀਬੀ ਜਗੀਰ ਕੌਰ ਨੇ ਪੂਰਾ ਸਮਰਥਨ ਦਿੱਤਾ। ਤੁਹਾਨੂੰ ਪਤਾ ਹੈ ਕਿ ਬੀਬੀ ਨੂੰ ਵਿਚਾਰੀ ਨੂੰ ਥੋੜੀ ਜਿਹੀ ਜਿਹੜੀ ਸੀ ਉਹ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਜਦੋਂ ਨੇ ਕਹਿ ਦਿੱਤਾ ਸੀ ਵੀ ਜੇ ਸਿੰਘੂ ਬਾਰਡਰ ਤੇ ਬੈਠੇ ਹੋ ਕਿਸਾਨ ਸਾਡੇ ਨੇ, ਸਾਡੇ ਬੰਦੇ ਬੈਠੇ, ਸਾਡੇ ਵਰਕਰ ਬੈਠੇ ਤੇ ਸਟੇਜ ਤੋਂ ਫਿਰ ਅਗਲੇ ਦਿਨ ਅਖਬਾਰ ਪੜ੍ਹ ਕੇ ਇੱਕ ਲੀਡਰ ਨੇ ਕਹਿ ਦਿੱਤਾ ਸੀ ਵੀ ਬੀਬੀ ਜੀ ਠੀਕ ਤੁਹਾਡੇ ਬੰਦੇ ਬੈਠੇ ਆ, ਏਦਾਂ ਕਰੋ ਅਸੀਂ ਸਟੇਜ ਖਾਲੀ ਕਰਦੇ 5 ਮਿੰਟ ਤੇ ਬੋਲ ਕੇ ਵਿਖਾ ਦਿਓ ਤੁਸੀਂ ਜੀ, ਆਪੇ ਪਤਾ ਲੱਗ ਜੂਗਾ ਕਿ ਕਿਸਾਨ ਬੈਠੇ ਸਭ ਦੇ ਸਾਂਝੇ ਬੈਠੇ ਕਿ ਤੁਹਾਡੇ ਬੈਠੇ ਕਿਤੇ ਬੈਠੇ। ਤੇ ਬੀਬੀ ਜੀ ਨੂੰ ਆਪਣਾ ਬਿਆਨ ਵਾਪਸ ਲੈਣਾ ਪਿਆ ਸੀ ਜੀ। ਚਮਚਾਗਰੀ ਕਰਨੀ ਚਾਹੀਦੀ ਆ, ਇੰਨੀ ਜ਼ਿਆਦਾ ਵੀ ਨਹੀਂ ਕਰਨੀ ਕਿ ਤੁਹਾਡੀ ਆਨ ਤੇ ਸ਼ਾਨ ਨੂੰ ਜਿਹੜਾ ਕਿ ਠੇਸ ਪੁੱਜੇ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਅਹੁਦਾ ਬੜਾ ਮਹੱਤਵਪੂਰਨ ਹੈ ਜੀ। ਮਹੱਤਵਪੂਰਨ ਇਸ ਕਰਕੇ ਸਰਕਾਰ ਸਿਰਫ ਪੰਜਾਬ ਸੂਬੇ ਦੀ ਹੁੰਦੀ ਹੈ ਤੇ ਸ਼੍ਰੋਮਣੀ ਕਮੇਟੀ ਵਰਲਡ ਦੇ ਵਿੱਚ ਜਿਹੜੀ ਆ ਉਹਦਾ ਪ੍ਰਧਾਨ ਦੀ ਜਿਹੜੀ ਸੇ ਹੁੰਦੀ ਹੈ ਜੀ। ਜਦੋਂ ਵੀ ਦੁਨੀਆ ਭਾਰਤ ਵਿੱਚ ਕਿਸੇ ਸਿੱਖ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹਦਾ ਧਿਆਨ ਸ਼੍ਰੋਮਣੀ ਕਮੇਟੀ ਵਾਲੇ ਪਾਸੇ ਹੁੰਦਾ ਵੀ ਇਹ ਹੁਣ ਮੇਰੀ ਕਿੱਦਾਂ ਹਮਾਇਤ ਕਰਦੇ ਜੀ। ਜਦੋਂ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਿਹੜਾ ਉਹ ਕੋਈ ਬਿਆਨ ਦਿੰਦਾ ਤੇ ਉਹਦੀ ਉੱਥੇ ਸੁਣਵਾਈ ਹੁੰਦੀ ਹੈ ਜੀ। ਚਲੋ ਜਥੇਦਾਰ ਗੁਰਚਰਨ ਸਿੰਘ ਟੌੜਾ ਤੋਂ ਬਾਅਦ ਜਿਹੜੀ ਸੀ ਪ੍ਰਧਾਨਗੀ ਉਸ ਲੈਵਲ ਦੀ ਨਹੀਂ ਰਹੀ ਜੀ ਜੀ, ਲੇਕਿਨ ਜਥੇਦਾਰ ਗੁਰਚਰਨ ਸਿੰਘ ਟੌੜਾ ਦੇ ਸਮੇਂ ਜਦੋਂ ਉਹ ਬਿਆਨ ਦਿੰਦਾ ਸੀ ਤੇ ਅਗਲੇ ਦਿਨ ਸਰਕਾਰ ਵੀ ਹਿਲਦੀ ਸੀ, ਜਵਾਬ ਦਿੰਦੀ ਸੀ ਬਕਾਇਦਾ ਤੌਰ ਤੇ ਉਹਦਾ, ਭਾਵੇਂ ਉਹ ਕੇਂਦਰ ਸਰਕਾਰ ਹੋਵੇ ਤਾਂ ਭਾਵੇਂ ਸਟੇਟ ਸਰਕਾਰ ਹੋਵੇ। ਜੀ ਜੀ, ਕਿਉਂਕਿ ਉਹ ਇੰਡੀਪੈਂਡੈਂਟ ਪ੍ਰਧਾਨ ਸੀਗਾ, ਉਹਦੇ ਤੇ ਕੋਈ ਦਬਾਅ ਨਹੀਂ ਸੀਗਾ। ਇੱਥੋਂ ਤੱਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੋਲ ਕੋਈ ਵਰਕਰ ਜਾਂਦਾ ਸੀ ਜੀ ਆ ਮੇਰਾ ਕੰਮ ਸ਼੍ਰੋਮਣੀ ਕਮੇਟੀ ਦਾ ਕਰਵਾ ਦਿਓ, ਉਹ ਕਹਿੰਦਾ ਨਾ 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 ਇਹ ਮੇਰਾ ਕੰਮ ਨਹੀਂ, ਟੌੜਾ ਸਮਝਾ ਕੇ ਮਿਲੋ ਜੀ। ਤੇ ਹੁਣ ਅੱਜ ਦੀ ਜਿਹੜੇ ਜਿੰਨੇ ਕੰਮ ਹੁੰਦੇ ਸਿਰਫ ਉੱਥੇ ਹੁੰਦੇ, ਬਾਕੀ ਕਿਤੋਂ ਹੁੰਦੇ ਹੀ ਨਹੀਂ। ਬਾਦਲ ਪਿੰਡ ਤੋਂ ਟੈਲੀਫੋਨ ਕਰਾ ਦਿਓ ਤੇ ਜਿਹੜਾ ਮਰਜ਼ੀ ਕੰਮ ਹੋਵੇ ਉਸ ਵੇਲੇ ਇੱਕ ਮਿੰਟ ਚ ਹੋ ਜਾਏਗਾ, ਕੋਈ ਗੱਲ ਹੀ ਨਹੀਂ ਹੈਗੀ। ਜਿਹੇ ਤਾਂ ਜਦੋਂ ਗੋਬਿੰਦ ਸਿੰਘ ਲੋਂਗੋਵਾਲ ਸੀ ਉਦੋਂ ਪ੍ਰਧਾਨ ਜਿਹੜੇ ਸੀ ਉਹ ਹੈ ਹੀ ਨਹੀਂ ਸੀਗੀ, ਉਹਨਾਂ ਦੀ ਹੋਂਦ ਹੀ ਨਹੀਂ ਹੈਗੀ। ਉਸ ਇੱਥੋਂ ਤੱਕ ਸੀਮਤ ਸੀ ਵੀ ਗੱਡੀਆਂ 'ਚ ਪੈਟਰੋਲ ਪਾ ਲਿਆ ਤੇ ਗੱਡੀਆਂ 'ਚ ਘੁੰਮ ਲਿਆ, ਇਹਦੋਂ ਵੱਧ ਕੁਛ ਨਹੀਂ ਸੀਗਾ ਜੀ। ਤੇ ਤੁਹਾਨੂੰ ਪਤਾ ਹੀ ਮੱਕੜ ਸਾਹਿਬ ਦੀਆਂ ਗੱਡੀਆਂ ਤੇ ਜੰਬੋ ਜੈਟ ਤੋਂ ਵੱਧ ਪੈਟਰੋਲ ਪੀਂਦੀਆਂ ਰਹੀਆਂ, ਪਤਾ ਹੀ ਹੈ ਜੀ। ਉਦੋਂ ਵੀ ਕੰਮ ਜਿਹੜੇ ਸਾਰੇ ਬਾਦਲ ਪਿੰਡ ਤੋਂ ਹੁੰਦੇ ਸੀ, ਲੇਕਿਨ ਜਥੇਦਾਰ ਟੌੜਾ ਸੀਗਾ ਜੀ, ਉਹਨਾਂ ਦੀ ਇੱਕ ਮੈਨੂੰ ਗੱਲ ਯਾਦ ਆ ਗਈ ਵੀ ਪ੍ਰਧਾਨ ਦੇ ਕੋਲੇ ਸਿਰਫ 250 ਰੁਪਏ ਦੀ ਪਾਵਰ ਹੁੰਦੀ ਸੀ ਜੀ। ਕੋਈ ਕਲਕੱਤੇ ਤੋਂ ਬੰਦੇ ਆਏ ਤਾਂ ਉੱਥੇ ਇਹਨਾਂ ਦੀ ਚੋਰੀ ਹੋ ਗਈ। ਉਹ ਦਫ਼ਤਰ 'ਚ ਗਏ ਵੀ ਭਾਈ ਅਸੀਂ 5 ਬੰਦੇ ਆ ਤੇ ਸਾਡਾ ਇੰਨਾ ਖਰਚਾ, ਉਹਨਾਂ ਦਾ ਜਥੇਦਾਰ ਗੁਰਚਰਨ ਸਿੰਘ ਆਪ ਟੌੜਾ ਬੈਠੇ ਸੀ ਉੱਥੇ ਜੀ। ਉਹ ਕਹਿੰਦੇ ਭਾਈ ਮੇਰੀ 250 ਰੁਪਏ ਦੀ ਪਾਵਰ ਹੈਗੀ ਬਸ, ਜੋ ਲੈਣੇ ਤੂੰ ਹੁਣੇ ਲੈ ਲਾ ਤੂੰ। ਉਹ ਕਹਿੰਦਾ ਜੀ ਇਹਦੇ ਨਾਲ ਅਸੀਂ ਨਹੀਂ ਪਹੁੰਚ ਸਕਦੇ ਉੱਥੇ। ਕਹਿੰਦਾ ਫਿਰ ਇੱਕ ਦਿਨ ਵੇਟ ਕਰ, ਕੱਲ ਸਾਡੀ ਮੀਟਿੰਗ ਐਗਜ਼ੈਕਟਿਵ ਦੀ ਹੈਗੀ ਹੈ, ਤੇਰੀ ਕੱਲ ਤੈਨੂੰ ਸਾਡੀ ਪੈਸੇ ਜਿੰਨੇ ਤੂੰ ਕਹਿੰਦਾ ਤੂੰ ਦੇ ਦਿਆਂਗੇ ਅਸੀਂ। ਉਹਨੂੰ ਪੂਰੀਆਂ ਟਿਕਟਾਂ, ਰਸਤੇ ਦਾ ਖਰਚਾ ਅਗਲੇ ਦਿਨ ਐਗਜ਼ੈਕਟਿਵ ਜੋ ਪਾਸ ਕਰਕੇ ਦਿੱਤਾ ਸੀ। ਤੇ ਜਦੋਂ ਮੱਕੜ ਸਾਹਿਬ ਆਏ ਉਹਨਾਂ ਤੇ ਫਿਰ ਅਸੀਮ ਤਾਕਤਾਂ ਵਰਤੀ, ਉਹਨਾਂ ਨੇ ਪਰਵਾਹ ਨਹੀਂ ਕੀਤੀ ਜੀ। ਉਹਨਾਂ ਦੇ ਕਿਹਾ ਧਰਮ ਪ੍ਰਚਾਰ ਖਾਤੇ ਦੇ ਪੈਸੇ ਇਸ ਪਾਸੇ ਟ੍ਰਾਂਸਫਰ ਕਰ ਦਿਓ, ਇਸ ਪਾਸੇ ਟ੍ਰਾਂਸਫਰ ਕਰ ਦਿਓ। ਜਦੋਂ ਕਿ ਸੁਪਰੀਮ ਕੋਰਟ ਨੇ ਸਿਰਫ ਇਹ ਕਿਹਾ ਸੀ ਵੀ ਮੱਕੜ ਸਾਹਿਬ ਚੇਅਰਮੈਨ ਹੋਣਗੇ, ਬਾਕੀ ਉਹਨਾਂ ਦਾ 14 ਬੰਦੇ ਐਡਵਾਈਜ਼ਰ ਹੋਣਗੇ ਜੀ। ਇਹ ਤੋਂ ਵੱਧ ਕੁਛ ਨਹੀਂ ਸੀਗਾ ਤੇ ਸਿਰਫ ਰੋਜ਼ਮਰਾ ਦੇ ਕੰਮ ਕਰਨਗੇ, ਰੋਜ਼ਮਰਾ ਦੇ ਖਰਚੇ ਕਰਨਗੇ। ਤੇ ਉਦੋਂ ਦੀ ਮੁੜ ਕੇ ਪਰੰਪਰਾ ਸ਼ੁਰੂ ਹੋਈ। ਹੁਣ ਪ੍ਰਧਾਨ ਨੂੰ ਪਰਵਾਹ ਨਹੀਂ ਹੁੰਦੀ, ਜਿੰਨਾ ਮਰਜ਼ੀ ਖਰਚ ਕਰਦੇ ਹੋ, ਕਹਿੰਦੇ ਜੀ ਪ੍ਰਵਾਨਗੀ ਦੀ ਆਸ ਤੇ ਕਰਤੇ ਤੇ ਹਾਊਸ ਨੇ ਕਿਹੜੀ ਮਨਾ ਕਰਨੀ ਹੈ। ਬਹੁਤੇ ਲੋਕ ਜਿਹੜੇ ਮੈਂਬਰ ਆ ਉਹ ਬਜਟ ਜਿਦਾਸ ਜਿਹੜਾ ਜਾਂਦੀ ਕਾਪੀ ਜਾਂਦੀ ਹੈ ਬਜਟ ਦੀ, ਉਹ ਪੜ੍ਹਦੇ ਹੀ ਨਹੀਂ ਜੀ, ਪਤਾ ਹੀ ਨਹੀਂ ਉਹਨਾਂ ਨੂੰ ਕੀ ਹੈ। ਪਤਾ ਹੋਵੇ ਜੇ ਕੋਈ ਇਹਨਾਂ ਦਾ ਇੰਟਰਸਟ ਹੋਵੇ ਤਾਂ ਪੜ੍ਹਨਾ, ਇੰਟਰਸਟ ਕੋਈ ਨਹੀਂ, ਨਾ ਇੰਟਰਸਟ ਬਣ ਦਿੱਤਾ ਜਾਂਦਾ, ਨਾ ਇੰਟਰਸਟ ਬਣ ਦਿੱਤਾ ਜਾਂਦਾ। ਉਹ ਤੇ ਬਸ ਜਦੋਂ ਕਿਤੇ ਕਹਿ ਦੇਣ ਵੀ ਜਦੋਂ ਕੋਈ ਵਿਰੋਧੀ ਧਿਰ ਦਾ ਮੈਂਬਰ ਬੋਲਣ ਲੱਗੇ ਵੀ ਆਹ ਗੱਲ ਗਲਤ ਆ ਜੀ, ਨਾਲ ਹੀ ਬੋਲੇ ਸੁਣ ਬਸ ਉਹਦੀ ਹਾਂਜੀ, ਉਹਨੂੰ ਬੋਲਣ ਨਹੀਂ ਦੇਣਾ। ਘੱਟੋ ਘੱਟ ਕੋਈ ਚਾਹੀਦੀ ਗੱਲ ਕਰਦਾ ਹੋਊਗਾ, ਭਾਈ ਤੁਹਾਡੀ ਭਲਾਈ ਦੀ ਗੱਲ ਕਰਦਾ ਹੋਊਗਾ, ਕੋਈ ਕੌਮ ਦੀ ਗੱਲ ਕਰਦਾ ਹੋਊਗਾ, ਪੰਥ ਦੀ ਗੱਲ ਕਰਦਾ, ਉਹਨੂੰ ਗਲਤ ਕਰਨ ਦਿਓ, ਪਰ ਨਹੀਂ ਕਰਨ ਦੇਣੀ ਉਹਨੂੰ ਜੀ। ਇਸੇ ਕਰਕੇ ਬੀਬੀ ਜਗੀਰ ਕੌਰ ਨੇ ਬੜਾ ਚੰਗਾ ਕੀਤਾ। ਜੇ ਕਿਤੇ ਅਲਾਇੰਸ ਹੁੰਦਾ ਤੇ ਫਿਰ ਸ਼ਾਇਦ ਬੀਬੀ ਜਗੀਰ ਕੌਰ ਇਹ ਹਿੰਮਤ ਨਾ ਕਰ ਸਕਦੀ ਜੀ, ਫਿਰ ਸ਼ਾਇਦ ਜਿੱਥੇ ਲੰਗਰ ਲੱਗੇ ਉਹ ਵੀ ਨਾ ਲਾਉਂਦੀ ਉੱਥੇ, ਜਿਹੜੀ ਉੱਥੇ ਸਹਾਇਤਾ ਭੇਜੀ ਉਹ ਵੀ ਨਾ ਜਾਂਦੀ ਉੱਥੇ, ਨਹੀਂ ਫਿਰ ਤਾਂ ਜਾ ਹੀ ਨਹੀਂ ਸੀ ਸਕਦੀ। ਬਿਲਕੁਲ ਅਲਾਇੰਸ ਨਹੀਂ, ਲੇਕਿਨ ਅਫਸੋਸ ਆ ਵੀ ਜੋ ਸ਼੍ਰੋਮਣੀ ਕੁੜੀ ਦਾ ਪ੍ਰਧਾਨ ਆ, ਜੋ ਉਹਦੇ ਕੋਲ ਅਧਿਕਾਰ ਨੇ ਜੀ, ਉਹਨਾਂ ਦੀ ਅੱਜ ਸਦ ਵਰਤੋਂ ਨਹੀਂ ਦੁਰਵਰਤੋਂ ਬਹੁਤੀ ਹੋ ਰਹੀ ਹੈ। ਇਹ ਤਾਂ ਜੀ ਅੱਜ ਦੀ ਨਹੀਂ ਪੱਟੀ ਸਾਹਿਬ, ਹੁਣ ਕੀ ਕਰੀਏ ਜਿਹੜੀਆਂ ਦੁਰਵਰਤੋਂ ਹੈ। ਧਰਮ ਦਾ ਪ੍ਰਚਾਰ ਦੱਸੋ ਕਿਹੜਾ ਹੋਇਆ, ਕਿਹੜੇ ਹਸਪਤਾਲ ਕਿਹੜੇ ਸਕੂਲ ਖੋਲ੍ਹਤੇ, ਕਿੰਨੇ ਕੁ ਦੱਸੋ ਇਹਨਾਂ ਨੇ। ਮੈਂ ਕਹਿੰਦਾ ਕਹਿੰਦੇ ਹੁੰਦੇ ਨਾ ਵੀ ਬਣਾਓ ਨਾ ਬਣਾਓ, ਕਹਿੰਦੇ ਆਪਦੇ ਦਰਖਤ ਬੂਟੇ ਜਿਹੜੇ ਪੁੱਟੀ ਜਾ ਰਹੇ ਨੇ ਹੋਰ ਲੋਕ, ਉਹ ਤਾਂ ਬਚਾ ਲਓ, ਉੱਧਰ ਵੀ ਕੋਈ ਧਿਆਨ ਨਹੀਂ। ਬਿਲਕੁਲ ਜੀ, ਤੁਸੀਂ ਠੀਕ ਕਹਿ ਰਹੇ ਹੋ। ਤੁਹਾਨੂੰ ਪਤਾ ਹੋਏਗਾ ਜਿਹੜੇ ਹੈਗੇ ਸਾਡੇ ਉਹ ਬਿਲ ਗ੍ਰੇਟ, ਉਹਨੇ ਕੀ ਕਿਹਾ, ਉਹਨੇ ਇੰਨੀ ਗੱਲ ਕਹੀ ਆ ਵੀ ਅਸਮਾਨ ਦੇ ਵਿੱਚ ਅਸੀਂ ਇਹੋ ਜਿਹੀ ਇੱਕ ਪਰਤ ਵਿਛਾ ਦਿਆਂਗੇ ਜਿੰਨਾ ਸੂਰਜ ਦੀ ਰੋਸ਼ਨੀ ਥੋੜੀ ਜਿਹੀ ਘਟੇਗੀ ਤੇ ਜਿਹੜੀ ਆ ਗਲੋਬਲ ਵਾਰਮਿੰਗ ਉਹ ਘਟੇਗੀ ਜੀ। ਤੇ ਮੈਨੂੰ ਸਵਾਲ ਕੀਤਾ ਕਿਸੇ ਟੀਵੀ ਵਾਲੇ ਨੇ, ਮੈਂ ਕਿਹਾ ਜੀ ਬਿਲਕੁਲ ਗਲਤ, ਸੂਰਜ ਦੀ ਰੋਸ਼ਨੀ ਤੁਸੀਂ ਨਹੀਂ ਰੋਕ ਸਕਦੇ, ਜੋ ਮਰਜ਼ੀ ਕਰ ਲਓ,
ਕੁਦਰਤ ਨਾਲ ਜਿਉਂ-ਜਿਉਂ ਖਿਲਵਾੜ ਕਰੋਗੇ ਤਿਉਂ-ਤਿਉਂ ਉਹਦੇ ਨਤੀਜੇ ਮਾੜੇ ਨਿਕਲਣਗੇ ਜੀ। ਤੁਸੀਂ ਕੁਦਰਤ ਨਾਲ ਖਿਲਵਾੜ ਕਰ ਰਹੇ ਹੋ। ਜਿੰਨੀਆਂ ਵੀ ਮਹਾਂਨਗਰਾਂ ਵਿੱਚ ਵਸੇ ਦੇ ਵੱਡੇ ਵੱਡੇ ਸ਼ਹਿਰ ਵਸੇ ਨੇ, ਪਿਛਲੇ ਤੁਸੀਂ ਵੇਦ ਵੇਖ ਲਓ, ਤੁਸੀਂ ਪਿਛਲੇ ਸ਼ਾਸਤਰ ਵੇਖ ਲਓ, ਸਾਡੇ ਮਹਾਂਪੁਰਖ ਵੇਖ ਲਓ, ਉਹਨਾਂ ਦੇ ਦਰਿਆਵਾਂ ਦੇ ਕੰਢਿਆਂ ਦੇ ਨਾਲ ਉਹਨਾਂ ਨੇ ਸ਼ਹਿਰ ਵਸਾਇਆ ਪਏ ਜੀ ਜੀ ਤੇ ਦਰਖਤ ਲਾਏ ਨੇ। ਜਿਹੜਾ ਸਾਡਾ ਜੰਗਲ ਸੀ ਉਹ ਅਸੀਂ ਖਤਮ ਕਰ ਦਿੱਤਾ ਗਿਆ। ਤੁਸੀਂ ਜੇ ਗਲੋਬਲ ਵਾਰਮਿੰਗ ਦੀ ਗੱਲ ਕਰਦੇ ਤਾਂ ਵੱਧ ਤੋਂ ਦਰਖਤ ਲਾ ਦਿਓ। ਜਿੰਨੇ ਦਰਖਤ ਲਾਓਗੇ ਉਨੀ ਗਲੋਬਲ ਵਾਰਮਿੰਗ ਆਪਣੇ ਆਪ ਘਟੇਗੀ ਜੀ। ਅੱਜ ਦੀ ਡੇਟ ਦੇ ਵਿੱਚ ਹੀ ਧੂੜ ਦੀ ਏਡੀ ਵੱਡੀ ਇੱਕ ਸਮਾਨ ਚ ਪਰਤ ਆ ਜਿਹੜੀ ਰੁਕਾਵਟ ਜ਼ਰੂਰ ਪਾਉਂਦੀ ਇਸ ਦੇ ਸੂਰਜ ਦੀਆਂ ਕਿਰਨਾਂ ਦੇ ਵਿੱਚ। ਮੀਂਹ ਪੈਂਦਾ ਤੁਸੀਂ ਵੇਖੋ ਉਦੋਂ ਧੁੱਪ ਥੋੜੀ ਜਿਹੀ ਤੇਜ਼ ਲੱਗੇਗੀ ਤੁਹਾਨੂੰ ਜੀ। ਇੱਥੇ ਉਹ ਕੋਈ ਪਰਤ ਵਸਾਉਣ ਦੀ ਲੋੜ ਨਹੀਂ। ਉਹਨਾਂ ਨੂੰ ਚਾਹੀਦਾ ਜਿਹੜੇ ਗੱਲ ਕਹਿੰਦੇ ਵੀ ਦਰਖਤ ਲਾ ਦਿਓ, ਵੱਧ ਤੋਂ ਵੱਧ ਦਰਖਤ ਵੱਧ ਤੋਂ ਲਾ ਤੇ ਆਟੋਮੈਟਿਕਲੀ ਗਲੋਬਲ ਵਾਰਮਿੰਗ ਉੱਤੇ ਜਿਹੜਾ ਅਸਰ ਪਏਗਾ। ਹਾਂਜੀ। ਤੇ ਉਧਰ ਫਿਰ ਲਾਂਘਾ ਖੋਲਣ ਦਾ ਬੀਬੀ ਜਗੀਰ ਕੌਰ ਨੇ ਪੱਤਰ ਲਿਖ ਦਿੱਤਾ ਜੀ। ਬੀਬੀ ਜਗੀਰ ਕੌਰ ਨੇ ਠੀਕ ਪੱਤਰ ਲਿਖ ਦਿੱਤਾ ਜੀ। ਚੰਗੀ ਗੱਲ, ਪੱਤਰ ਲਿਖਣਾ ਵੀ ਚਾਹੀਦਾ। ਲਾਂਘਾ ਜੇ ਬਣਾਇਆ ਤੇ ਖੁੱਲਣਾ ਵੀ ਚਾਹੀਦਾ ਜੀ। ਲੇਕਿਨ ਆਪਾਂ ਇੱਕ ਗੱਲ ਤੇ ਜ਼ਰੂਰ ਕਵਾਂਗੇ ਭਾਈ, ਜਿਹੜੀ ਬਿਮਾਰੀ ਆ ਉਹਦੇ ਤੋਂ ਥੋੜਾ ਜਿਹਾ ਉਹ ਜਿਹੜਾ ਅਵੋਇਡ ਜ਼ਰੂਰ ਕਰਨਾ ਪਊ। ਜੇ ਬਿਮਾਰੀ ਦੀ ਕੋਈ ਗੱਲ ਕਹਿੰਦੇ ਵੀ ਕਿਤੇ ਹੈਗੀ ਆ, ਕੋਈ ਗੱਲ ਹੈਗੀ ਆ, ਲੇਕਿਨ ਨਾਲ ਇਹ ਵੀ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਜਦੋਂ ਤੁਸੀਂ ਵੱਡੀਆਂ ਵੱਡੀਆਂ ਰੈਲੀਆਂ ਕਰਦੇ 10,000 ਬੰਦਾ ਕਹਿੰਦਾ, ਇੱਕ ਬੰਦੇ ਤੇ ਬੰਦਾ ਚੜਿਆ ਹੁੰਦਾ, ਉਹ ਬੈਠਾ ਹੁੰਦਾ ਵਾ ਤੇ ਉਦੋਂ ਕੁਝ ਨਹੀਂ ਹੁੰਦਾ। ਤੇ ਆਹ ਜਿਹੜੀਆਂ ਹੈਲਥ ਡਿਪਾਰਟਮੈਂਟ ਦੀਆਂ ਜਿਹੜੀਆਂ ਗਾਈਡਲਾਈਨਸ ਉਹ ਦੇ ਦਿਓ ਭਾਈ, ਇੰਨੇ ਬੰਦੇ ਜਾਣਗੇ, ਇੰਨੇ ਬੰਦੇ ਵਾਪਸ ਆ ਜਾਣਗੇ, ਇੰਨੇ ਬੰਦੇ ਜਾਣਗੇ ਵਾਪਸ ਜਾਣਗੇ, ਥੋੜੇ ਥੋੜੇ ਕਰਕੇ ਤੁਸੀਂ ਦਰਸ਼ਨ ਕਰਨ ਦੀ ਆਗਿਆ ਦੇ ਦਿਓ ਜੀ, ਉਹ ਖੁੱਲਾ ਦੇ ਜੀ। ਪਾਕਿਸਤਾਨ ਨੇ ਪਹਿਲਾਂ ਹੀ ਕਹਿ ਦਿੱਤਾ ਵੀ ਸਾਡੇ ਵੱਲੋਂ ਖੁੱਲਾ, ਅਸੀਂ ਤਿਆਰ ਬਰ ਤਿਆਰ ਬੈਠੇ ਹਾਂ ਜੀ। ਇੰਡੀਆ ਨੂੰ ਕੀ ਪ੍ਰੋਬਲਮ ਆ ਇਹ ਨਹੀਂ ਪਤਾ ਹੁਣ, ਲੇਕਿਨ ਇਹ ਆ ਵੀ ਇਹਦੇ ਤੇ ਜੇ ਕੈਪਟਨ ਅਮਰਿੰਦਰ ਸਿੰਘ ਹੋਰੀ ਖੁੱਲ ਕੇ ਸਾਹਮਣੇ ਨਹੀਂ ਆਏ ਤਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਇਹ ਸਪੋਰਟ ਖੁੱਲ ਕੇ ਕਰਨੀ ਚਾਹੀਦੀ ਹੈ ਵੀ ਲਾਂਘਾ ਖੁੱਲੇ ਜੀ। ਬੀਬੀ ਹਰਸਿਮਰਤ ਕੌਰ ਬਾਦਲ ਨੂੰ ਇਹ ਮੁੱਦਾ ਜਿਹੜਾ ਵਾ ਸੰਸਦ ਲੋਕ ਸਭਾ ਚ ਚੁੱਕਣਾ ਚਾਹੀਦਾ ਜੀ ਜੀ ਬਿਲਕੁਲ। ਭਗਵੰਤ ਮਾਨ ਨੂੰ ਉਠਾਉਣਾ ਚਾਹੀਦਾ ਸੀਗਾ, ਪਰ ਅਫਸੋਸ ਇਹ ਆ ਵੀ ਚੱਕ ਨਹੀਂ ਰਹੇ। ਵਾਲੀਆ ਸਾਹਿਬ ਇੱਕ ਵਾਰੀ ਜਿਹੜਾ ਸਪੀਕਰ ਸੀ ਉਹਨੇ 5 ਪਿਆਰਿਆਂ ਦੇ ਨਾਮ ਪੁੱਛ ਲਏ ਸਾਡੇ ਇੱਕ ਆਗੂ ਨੂੰ ਜਿਹੜੇ ਉੱਥੇ ਲੋਕ ਸਭਾ 'ਚ ਬੈਠੇ ਸੀ ਜੀ। ਉਹ 5 ਪਿਆਰਿਆਂ ਦੇ ਨਾਂ ਨਹੀਂ ਦੱਸ ਸਕੇ। ਸਾਡੇ ਅਕਾਲੀ ਆਗੂ ਸੀ, ਬੜੇ ਸਤਿਕਾਰਯੋਗ ਆਗੂ ਨੇ ਉਹ ਜੀ। ਲੇਕਿਨ ਬਿਹਾਰ ਤੋਂ ਇੱਕ ਰਣਜੀਤਾ ਜਾਦਵ ਨਾਮ ਸੁਣਿਆ ਹੁੰਦਾ ਸੀ ਕੁੜੀ ਦਾ ਜੀ, ਉਹ ਵੀ MP ਸੀ। ਫਿਰ ਉਹਨੇ ਕਰਮਵਾਰ ਦੱਸੇ ਸੀ ਵੀ ਇਹ 5 ਪਿਆਰੇ ਕਿੱਥੇ ਨੇ, ਇਹ 5 ਪਿਆਰੇ ਕਿੱਥੇ ਨੇ, ਇਹ ਕਿੱਥੋਂ ਹੋਏ ਨੇ, ਕਿੱਥੇ ਜੰਮੇ, ਸਭ ਦੱਸਿਆ ਸੀ ਜੀ। ਰਣਜੀਤਾ ਜਾਦਵ ਦੇ ਦੱਸਣ ਦਾ ਉੱਤੇ ਜਿਹੜਾ ਸੀ ਬੜਾ ਪ੍ਰਭਾਵ ਪਿਆ ਲੋਕ ਸਭਾ ਦੇ ਉੱਤੇ। ਵੇਖੋ ਵੀ ਇੱਕ ਗੈਰ ਧਰਮ ਦੀ ਜਿਹੜੀ ਲੜਕੀ ਆ ਜੀ ਉਹ ਦੱਸ ਰਹੀ ਹੈ ਤੇ ਜਿਹੜੇ ਧਰਮ ਵਾਲੇ ਨੂੰ ਪਤਾ ਹੀ ਨਹੀਂ ਆਪਣੇ ਇਤਿਹਾਸ ਦਾ ਕੀ ਨਹੀਂ ਹੈਗਾ। ਫਿਰ ਉਹ ਆਪਾਂ ਥੋੜੀ ਜਿਹੀ ਕੋਕ ਕੀਤੀ ਵੀ ਰਣਜੀਤਾ ਜਾਦਵ ਕੌਣ ਜੀ। ਫਿਰ ਪਤਾ ਕੀਤਾ ਵੀ ਉਹ ਕੁੜੀ ਜਿਹੜੀ ਆ ਉੱਥੋਂ ਦੇ ਗ੍ਰੰਥੀ, ਪਟਨਾ ਸਾਹਿਬ ਗ੍ਰੰਥੀ ਦੀ ਲੜਕੀ ਸੀ ਤੇ ਉਹਨੇ ਲਵ ਮੈਰਿਜ ਕੀਤੀ ਸੀ ਪੱਪੂ ਜਾਦਵ ਨਾਲ। ਅੱਛਾ ਜੀ। ਉੱਥੋਂ ਰਣਜੀਤਾ ਜਾਦਵ ਬਣੀ ਸੀ ਤੇ ਉਹਦੇ ਘਰ ਦੇ ਵਿੱਚ ਇਤਿਹਾਸ ਦੀਆਂ ਕਿਤਾਬਾਂ ਸੀ, ਪੜ੍ਹਦੀ ਸੀ। ਜਿਹਨੂੰ ਜਾਣਕਾਰੀ ਸੀ, ਉਹਨੂੰ ਗੁਰਬਾਣੀ ਬਾਰੇ ਵੀ ਜਾਣਕਾਰੀ ਸੀ, ਲੇਕਿਨ ਭਾਵੇਂ ਉਹ ਦੂਸਰੇ ਧਰਮ ਚਲੀ ਗਈ ਲੇਕਿਨ ਆਪਣਾ ਪਿਛੋਕੜ ਨਹੀਂ ਛੱਡਿਆ। ਉਹਨੇ ਗੁਰੂਆਂ ਦੇ ਉੱਤੇ ਜਿਹੜਾ ਵਿਸ਼ਵਾਸ ਉਵੇਂ ਰੱਖਿਆ। ਬਿਲਕੁਲ ਬਿਲਕੁਲ। ਇਸ ਕਰਕੇ ਜਿਹੜਾ ਇਹ ਜ਼ਰੂਰੀ ਆ ਕਿ ਸਾਡੇ ਆਗੂ ਨੇ ਇਹਨਾਂ ਨੂੰ ਚਾਹੀਦਾ ਸੀ ਲੋਕ ਸਭਾ ਚ ਬਕਾਇਦਾ ਤੌਰ ਤੇ ਸਾਂਝੇ ਰੂਪ ਜਿੰਨੇ ਵੀ ਸਿੱਖ ਬੈਠੇ, ਮੈਂ ਕਹਿੰਦਾ ਜਿੰਨੇ ਪੰਜਾਬ ਦੇ ਬੈਠੇ ਆ, ਬਾਬਾ ਨਾਨਕ ਜਿਹੜਾ ਇਕੱਲਾ ਸਿੱਖਾਂ ਦਾ ਨਹੀਂ, ਬਾਬਾ ਨਾਨਕ ਸਮੁੱਚੀ ਮਾਨਵਤਾ ਦਾ ਜੀ ਜੀ, ਸਾਰਿਆਂ ਨੂੰ ਜਿਹੜਾ ਸੀ ਉੱਥੇ ਜਿਹੜੇ ਬਿਰਲਾ ਸਾਡੇ ਹੈਗੇ ਸਪੀਕਰ ਨੂੰ ਲਿਖ ਕੇ ਦੇਣਾ ਚਾਹੀਦਾ ਸੀ ਵੀ ਇਹ ਲਾਂਘਾ ਖੋਲ੍ਹਿਆ ਜਾਵੇ ਜੀ, ਤੇ ਆਟੋਮੈਟਿਕਲੀ ਸਰਕਾਰ ਤੇ ਕੋਈ ਅਸਰ ਹੁੰਦਾ। ਹੁਣ ਬੀਬੀ ਜਗੀਰ ਕੌਰ ਨੇ ਚਿੱਠੀ ਲਿਖਤੀ ਹੈ, ਉਹ ਚਿੱਠੀ ਖੁੱਲੇ ਨਾਲ ਲਾ ਛੱਡਣਗੇ, ਪਈ ਹੈ ਜੀ, ਕੋਈ ਗੱਲ ਨਹੀਂ, ਦੇਖੋ ਆਪਣੀ ਜ਼ਿੰਮੇਵਾਰੀ ਨਿਭਾਈ, ਚੰਗੀ ਗੱਲ ਹੈ। ਤੇ ਪੱਟੀ ਸਾਹਿਬ, ਪਾਇਲ ਡਰੱਗ ਰੈਕਟ ਮਾਮਲੇ ਦੇ ਵਿੱਚ ਕਹਿੰਦੇ ਬੜਾ ਟੇਢਾ ਕੰਮ ਆ ਪੁਲਿਸੀਆਂ ਦੇ, ਕਹਿੰਦੇ ਕਾਫੀ ਪੁਲਿਸ ਵਾਲੇ ਜਿਹੜੇ ਸਸਪੈਂਡ ਕਰ ਦਿੱਤੇ, ਬੜਾ ਕੁਛ ਨਿਕਲਿਆ, ਕੀ ਕੁਛ ਅਪਡੇਟ ਹੈ ਜੀ? ਬਿਲਕੁਲ ਜੀ। ਵੇਖੋ ਜਿਹੜਾ ਇਹ ਪਾਇਲ ਜਿਹੜਾ ਇਹ ਕਾਂਡ ਸੀਗਾ, ਤੁਹਾਨੂੰ ਪਤਾ ਮੇਰੇ ਖਿਆਲ ਨਵੰਬਰ ਦੇ ਰਾਣੂ ਦਾ ਸਰਪੰਚ, ਹਾਂਜੀ ਗੁਰਦੀਪ ਸਿੰਘ ਰਾਣੂ ਦਾ ਸਰਪੰਚ ਸੀ, ਕੋ ਫੜਿਆ ਸੀ। ਐਸਟੀਵ ਨੇ ਨਸ਼ਿਆਂ ਦੀ ਸਮਗਲਿੰਗ ਫੜਿਆ ਸੀਗਾ ਜੀ, ਜਿਹਦੇ ਕੋਲ ਕਰੋੜ ਦੀ ਗੱਡੀ ਸੀ, ਇੰਪੋਰਟਡ ਗੱਡੀ, ਆਪਣੀ ਬਕਾਇਦਾ ਤੌਰ ਤੇ ਉਹਨੇ ਆਰਮੀ ਰੱਖੀ ਸੀ, ਪੁਲਿਸ ਰੱਖੀ ਸੀ, ਆਪਣੀ ਨਾਲ ਲੈ ਕੇ ਚੱਲਦਾ ਸੀ। ਪੁਲਿਸ ਸਲੂਟ ਮਾਰਦੀ ਸੀ ਜੀ, ਦੂਜੀ ਵੀ ਸਲੂਟ ਮਾਰਦੀ ਸੀ। ਉਹਦੇ ਘਰ ਦੇ ਸਾਹਮਣੇ, ਉਹਦੀ ਕੋਠੀ ਦੇ ਸਾਹਮਣੇ 1-2 ਗੱਡੀਆਂ ਰੈੱਡ ਲੈ ਕੇ ਖਲੋਤੀਆਂ ਹੁੰਦੀਆਂ ਸੀ।
ਹੁਣ ਇਹਦੇ ਵਿੱਚ ਜਿਹੜੇ ਅਫਸਰ ਨਾਲ ਆ ਗਏ ਆ, ਪਰਮਰਾਜ ਸਿੰਘ ਜਿਹੜੇ ਉਮਰਾਂ ਨੰਗਲੋਂ ਤੇ ਪਹਿਲੇ ਹੀ ਮਬਾਦਲ ਦੇ ਬੰਦੇ ਆ ਜੀ, ਉਹ ਤੇ ਪਹਿਲਾਂ ਹੀ ਸਸਪੈਂਡ ਆ। ਲੇਕਿਨ ਅਗਲੇਰੀ ਕਾਰਵਾਈ ਤੇ ਜਿਹੜੀ ਆ ਉਹ ਕੇਂਦਰ ਸਰਕਾਰ ਨੂੰ ਲਿਖ ਦਿੱਤਾ ਗਿਆ ਵੀ ਇਹ ਬੰਦਾ ਇਸ ਰੈਕਟ ਇਨਵੋਲਵ ਆ ਜੀ। ਇੱਕ ਐਸਪੀ ਵਰਿੰਦਰਜੀਤ ਸਿੰਘ ਥਿੰਦ ਆ, ਫਰੀਦਕੋਟ ਦੇ ਐਸਪੀ ਡੀ ਸੇਵਾ ਸਿੰਘ ਮੱਲੀ ਆ ਜੀ, ਪਰਮਿੰਦਰ ਸਿੰਘ ਬੱਬ ਡੀਐਸਪੀ ਅਤੇ ਕਰਨ ਸ਼ੇਰ ਸਿੰਘ ਡੀਐਸਪੀ ਫਤਿਹਗੜ੍ਹ ਸਾਹਿਬ ਨੂੰ, ਇਹਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਭਾਈ ਤੁਸੀਂ ਵੀ ਆ ਜਾਓ। ਅੱਛਾ ਜੀ। ਚੰਗੀ ਗੱਲ। ਅਸੀਂ ਤੇ ਵੀ ਗੱਲ ਕਵਾਂਗੇ, ਜਿਹੜੀ ਹਾਈ ਕੋਰਟ ਦੇ ਵਿੱਚ ਪਿਛਲੇ 3 ਸਾਲ ਤੋਂ ਇੱਕ ਰਿਪੋਰਟ ਪਈ ਹੈ, ਜਿਹੜੀ ਇਨਕੁਆਇਰੀ ਚਟੋਪਾਧਿਆ ਦੀ ਅਗਵਾਈ ਹੇਠ ਡੀਜੀਪੀ ਦੀ ਅਗਵਾਈ ਹੇਠ ਕਮੇਟੀ ਨੇ ਕੀਤੀ ਸੀ, ਉਹਦੇ ਵਿੱਚ ਬੜੇ ਵੱਡੇ ਨਾਰਦਾਂ ਦੇ ਨਾਂ ਹੈਗੇ ਆ ਜੀ। ਉਹਦੇ ਵਿੱਚ ਇਹ ਵੀ ਕੀਤਾ ਜਾਂਦਾ ਵੀ ਸ਼ਾਇਦ ਸਾਡੇ ਮੱਝ ਦੇ ਜਰਨੈਲ ਦਾ ਨਾਂ ਵੀ ਹੈਗਾ। ਜਦੋਂ ਉਹਨੇ ਕਿਹਾ ਸੀ ਨਾ ਹਰਪ੍ਰੀਤ ਸਿੰਘ ਮੇਰਾ ਰਿਸ਼ਤੇਦਾਰ ਹੈ, ਉਹਨੇ ਕਿਹਾ ਮੇਰਾ ਕੋਈ ਰਿਸ਼ਤੇਦਾਰ ਨਹੀਂ ਹੈਗਾ, ਮੇਰਾ ਕੋਈ ਰਿਸ਼ਤੇਦਾਰ ਨਹੀਂ ਹੈਗਾ ਜੀ। ਉਹ ਜਿੱਦਣ ਰਿਪੋਰਟ ਜੇ ਬਾਹਰ ਨਿਕਲੀ ਉਦੋਂ ਵੇਖੋ ਕਿਹੜੀਆਂ ਕਿਹੜੀਆਂ ਮਹਾਨ ਤਾਕਤਾਂ ਜਿਹੜੀਆਂ ਵਾ ਉਹ ਇਹ 'ਚ ਫਸਦੀਆਂ ਨੇ। ਬਸ ਜੇਕਰ ਸਿੱਧੀ ਨੀਤ ਨਾਲ ਕਰਨ ਦਾ ਬੜਾ ਕੁਝ ਨਿਕਲੂਗਾ ਜੀ। ਨਹੀਂ, ਹਾਈ ਕੋਰਟ 'ਚ ਪਈ ਹੈ ਜੀ, ਹਾਈ ਕੋਰਟ ਨੇ ਖੋਲਣੀ, ਜਦੋਂ ਖੋਲਣੀ ਹੁਣ ਕਿਉਂ ਨਹੀਂ ਹਾਈ ਕੋਰਟ ਖੋਲਦੀ ਹੈ ਪਤਾ ਹੋਊਗਾ। ਤੁਹਾਨੂੰ ਪਤਾ ਹੋਏਗਾ ਵੀ ਜਿਹੜੇ ਸਾਡੇ ਸ਼ਸ਼ੀਕਾਂਤ ਡੀਜੀਪੀ ਸੀ, ਉਹਨਾਂ ਕਿਹਾ ਸੀ ਵੀ 6000 ਕਰੋੜ ਦਾ ਰੈਕਟ ਆ ਇਹ ਡਰੱਗ। ਉਹਨਾਂ ਨੇ ਕਿਹਾ ਜੀ ਪੜਤਾਲ ਹੋਣੀ ਚਾਹੀਦੀ, ਉਹਦੇ ਬਿਹਾਫ ਤੇ ਪੜਤਾਲ ਹੋਈ ਸੀ ਬਕਾਇਦਾ ਤੌਰ ਤੇ। ਉਹਦੀ ਰਿਪੋਰਟ ਜਿਹੜੀ ਸੀ ਹਾਈ ਕੋਰਟ ਦੇ ਦੇਸ਼ਾਂ ਤੋਂ ਹੋਈ ਸੀ ਕਿ ਇਹਨਾਂ ਨੇ ਤਤਕਾਲੀ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਸੀ, ਜਿੱਦਾਂ ਹੁਣ ਲਿਖੀ ਉਹਨੇ ਆਪਣੇ ਨੇ ਪਰਮਵੀਰ ਨੇ ਲਿਖੀ ਹੈ ਜੀ, ਬੰਬੇ ਵਾਲੇ ਨੇ। ਇਸੇ ਤਰ੍ਹਾਂ ਉਹਨੇ ਵੀ ਲਿਖੀ ਚਿੱਠੀ ਇੱਕ ਮੁੱਖ ਮੰਤਰੀ ਤੇ ਮੁੱਖ ਮੰਤਰੀ ਨੇ ਜਿਹੜੀ ਪਾਸੇ ਰੱਖਤੀ ਜੀ, ਮੁਲਕ ਨੇ ਹਾਈ ਕੋਰਟ ਨੂੰ ਭੇਜਤੀ। ਹਾਈ ਕੋਰਟ ਨੇ ਸਿੱਟ ਬਣਾ ਕੇ ਉਹਦੀ ਪੜਤਾਲ ਕਰਾਈ, ਲੇਕਿਨ ਉਹ ਜਿਹੜੀ ਸਿੱਟ ਨੇ ਆਪਣੀ ਜਾਂਚ ਦੀ ਰਿਪੋਰਟ ਦਿੱਤੀ, ਉਹ ਹਾਲੀ ਤੱਕ ਵੀ ਜਿਹੜੀ ਆ ਉਹ ਪੈਂਡਿੰਗ ਪਈ ਆ, ਉਹ ਖੋਲੀ ਨਹੀਂ ਗਈ। ਜਿਸ ਦਿਨ ਖੋਲੀ ਗਈ ਉਸ ਦਿਨ ਵੇਖੋ ਇਹ ਤੇ ਪਰਮਰਾਜ ਸਿੰਘ ਹੋਈ ਆ, ਕਈ ਪਰਮਰਾਜ ਇਹੋ ਜਿਹੇ ਜਿਹੜੇ ਉਹਦੇ ਵਿੱਚ ਆਉਣੇ ਜੀ। ਜੀ 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 ਜੀ। ਆਹ ਦੇਖੋ ਕੀ ਬਣਦਾ ਜੀ, ਇਹ ਤਾਂ ਮਾਮਲਾ ਬੜਾ ਤਕੜਾ ਹੈ। ਤੇ ਹੁਣ ਆਪਾਂ ਗੱਲ ਕਰੀਏ ਤਾਂ ਸਿੱਖ ਇੱਕ ਵੱਖਰੀ ਕੌਮ ਦਾ ਮਤਾ ਜਿਹੜਾ ਉਹ ਵੀ ਸ਼੍ਰੋਮਣੀ ਕਮੇਟੀ ਦੇ ਵਿੱਚ ਜਿਹੜਾ 1981 ਚ ਪਾਸ ਕੀਤਾ ਗਿਆ ਸੀਗਾ, ਤੇ ਪਰ ਇਹਨੂੰ ਬੂਰ ਨਹੀਂ ਪੈਣ ਦਿੱਤਾ ਜਾ ਰਿਹਾ। ਇਹ ਪੈਣਾ ਵੀ ਨਹੀਂਗਾ ਜੀ। ਜਿਹੜੇ ਲੋਕ ਕਹਿੰਦੇ ਸੀ ਉਦੋਂ ਅਸੀਂ ਸੰਵਿਧਾਨ ਦੀਆਂ ਕਾਪੀਆਂ ਸਾੜੀਆਂ, ਤੇ ਉਹ ਪਿਛਲੇ ਸਾਲ ਰਾਜਾ ਸਾਹਿਬ ਸੀ ਜਿਹੜੀ ਹੋਈ ਸੀ, ਇੱਕ ਰੈਲੀ ਹੋਈ ਸੀ, ਉੱਥੇ ਮੁੱਕਰ ਗਿਆ ਜੀ। ਕਹਿੰਦੇ ਜੀ ਮੈਂ ਇਹ ਸਾੜਨ ਦੇ ਹੱਕ ਵਿੱਚ ਨਹੀਂ ਸੀ, ਲੇਕਿਨ ਪਾਰਟੀ ਦਾ ਹੁਕਮ ਸੀਗਾ। ਉਹਨੂੰ ਬੂਰ ਕੇ ਪਊਗਾ। 15 ਮਾਰਚ 1981 ਨੂੰ ਪਹਿਲ ਕਦਮੀ ਕੀਤੀ ਸੀ ਚੀਫ ਖਾਲਸਾ ਦੀਵਾਨ ਨੇ ਜੀ। ਉਹਨਾਂ ਨੇ ਇਹ ਮਤਾ ਪਾਸ ਕਰਕੇ UN ਤੋਂ ਐਸੋਸੀਏਟ ਮੈਂਬਰਸ਼ਿਪ ਮੰਗੀ ਸੀ ਕਿ ਸਾਨੂੰ ਮੈਂਬਰਸ਼ਿਪ ਦੀ ਸਿੱਖਾਂ ਨੂੰ ਵੱਖਰੀ, ਤਾਂ ਕਿ ਅਸੀਂ ਆਪਣੀ ਗੱਲ ਆਪਣੀ ਇੰਡੀਪੈਂਡੈਂਟ ਰੱਖ ਸਕੀਏ ਜੀ। ਲੇਕਿਨ ਮੁੜ ਕੇ ਉਹਨਾਂ ਤੇ ਇੰਨਾ ਕੁ ਦਬਾਅ ਪਿਆ ਵੀ ਉਹਨਾਂ ਨੂੰ ਉਹ ਵਾਪਸ ਲੈਣੀ ਪਈ। ਲੇਕਿਨ 25 ਮਾਰਚ 1981 ਨੂੰ ਸਿੱਖ ਵੱਖਰੀ ਕੌਮ ਦਾ ਮਤਾ ਜਿਹੜਾ ਸ਼੍ਰੋਮਣੀ ਕਮੇਟੀ ਨੇ ਪਾਸ ਕੀਤਾ ਸੀ ਜੀ। ਜਦੋਂ ਇਹ ਪਾਸ ਕੀਤਾ ਉਸ ਤੋਂ ਬਾਅਦ ਇਹਨੂੰ ਠੰਡੇ ਬਸਤੇ 'ਚ ਪਾ ਦਿੱਤਾ ਗਿਆ। ਬਾਅਦ ਦੇ ਵਿੱਚ ਤੁਹਾਨੂੰ ਪਤਾ ਜਿਹੜੀ ਉਹ ਏਸ਼ੀਆ ਚੱਲਿਆ ਸੀ, ਜਦੋਂ ਇਹ 25 ਧਾਰਾ ਵੀ ਜਾ ਕੇ ਸਾੜੀ ਸੀ ਦਿੱਲੀ ਦੇ ਵਿੱਚ, ਉਸ ਤੋਂ ਬਾਅਦ ਠੰਡੇ ਬਸਤੇ 'ਚ ਪਾਤਾ ਜੀ। 40 ਸਾਲ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਇਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਜੀ। ਤੇ ਹੁਣ ਆਸ ਉਹ ਖਤਮ ਹੋ ਚੁੱਕੀ ਆ। ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਰਾਜਾ ਸਾਹਿਬ ਦੀ ਇੱਕ ਜਿਹੜੀ ਰੈਲੀ ਹੋਈ ਸੀ ਅਕਾਲੀਆਂ ਦੀ ਪਿਛਲੇ ਸਾਲ, ਉਹਦੇ 'ਚ ਕਹਿ ਦਿੱਤਾ ਸੀਗਾ ਕਿ ਮੈਂ ਸੰਵਿਧਾਨ ਸਾੜਨ ਦੇ ਹੱਕ 'ਚ ਨਹੀਂ, ਪਰ ਮੈਨੂੰ ਪਾਰਟੀ ਦਾ ਹੁਕਮ ਸੇ ਸਾੜਿਆ, ਚਲੋ ਗਲਤੀ ਹੋ ਗਈ, ਚਲੋ ਗਲਤੀ ਹੋ ਗਈ ਜੀ। ਮੇਰਾ ਕਹਿਣ ਤੋਂ ਬਾਅਦ ਜਦੋਂ ਤੁਸੀਂ ਆਪਣੀ ਗਲਤੀ ਮੰਨ ਲਈ ਤੇ ਫਿਰ ਇਹ ਮਤਾ ਵੀ ਰੱਦ ਕਰ ਦਿਓ, ਕਿਉਂ ਰੱਖਿਆ ਉੱਥੇ ਤੁਸੀਂ ਸੰਭਾਲ ਕੇ। 1943 ਦੇ ਵਿੱਚ ਤੁਹਾਨੂੰ ਪਤਾ ਹੋਏਗਾ ਖਾਲਿਸਤਾਨ ਦਾ ਮਤਾ ਸ਼੍ਰੋਮਣੀ ਕਮੇਟੀ ਨੇ ਪਾਸ ਕੀਤਾ ਸੀਗਾ ਜੀ ਵੀ ਖਾਲਸਾ ਸਾਨੂੰ ਵੱਖਰਾ ਚਾਹੀਦਾ। ਰਸ਼ੀਆ ਦੇ ਵਿੱਚ ਜਾ ਕੇ ਜਿਹੜੇ ਸੀ ਕਮਿਊਨਿਸਟ ਨਾਲ ਸਪੋਰਟ ਕੀਤੀ ਸੀ ਕਿ ਖਾਲਸਾ ਰਾਜ ਬਹਾਲੀ ਦੀ ਗੱਲ ਕੀਤੀ ਸੀ। ਸਾਡੀ ਲੜਾਈ ਤੇ ਖਾਲਸਾ ਰਾਜ ਬਹਾਲੀ ਦੀ ਸੀ, ਪੈ ਗਏ ਅਸੀਂ ਆਜ਼ਾਦੀ ਦੀ ਲੜਾਈ ਜੀ ਜੀ। ਤੇ ਇਹ ਆਪਣੇ ਮਤੇ ਪਾਸ ਕਰ ਲੈਂਦੇ ਆ, ਮੁੜ ਕੇ ਭੁੱਲ ਜਾਂਦੇ ਆ। ਜਿਹੜੇ ਜਗਦੇਵ ਸਿੰਘ ਤਲਵੰਡੀ ਜਦੋਂ ਸਨ 1999 ਚ ਬਣੇ ਸੀ ਉਹ ਜੀ, ਨਵੰਬਰ 2000 ਦੇ ਵਿੱਚ ਜੀ, ਜਦੋਂ ਉਹ ਪ੍ਰਧਾਨ ਬਣੇ ਸੀ, ਉਹਨਾਂ ਕੀ ਕਿਹਾ ਸੀ ਉਦੋਂ
ਮਤੇ ਪਾਸ ਕੀਤੇ, ਮਤੇ ਪੜ੍ਹ ਲਏ ਤੇ ਉਹਨੇ ਸਟੇਜ ਤੋਂ ਇੰਨੀ ਗੱਲ ਕਹੀ ਸੀ ਜੀ, ਕਹਿੰਦਾ ਜਿੰਨਾ ਚਿਰ ਤੁਸੀਂ ਯਥਾਰਥ ਰੂਪ ਵਿੱਚ ਕੁਝ ਨਹੀਂ ਕਰਦੇ ਆ ਜਿਹੜੇ ਮਤੇ ਗੱਡਿਆਂ ਦੇ ਗੱਡੇ ਬਣਾ ਜਿਹੜੇ ਪੜ੍ਹ ਕੇ ਨਾ ਇੱਥੇ ਦੇਖ ਕੇ ਰੱਖ ਛੱਡੋ, ਕੋਈ ਗੱਲ ਨਹੀਂ, ਕੋਈ ਫਰਕ ਨਹੀਂ ਪੈਂਦਾ ਸਰਕਾਰਾਂ ਨੂੰ ਜੀ। ਜੇ ਕੁਝ ਕਰਨਾ ਤੇ ਮਤੇ ਨੂੰ ਜਿਹੜਾ ਉਹ ਯਥਾਰਥ ਰੂਪ ਚ ਅਮਲੀ ਰੂਪ ਦਿਓ, ਉਹਦੇ ਤੇ ਕੋਈ ਕਾਰਵਾਈ ਪਾਓ। ਇਸ ਕਰਕੇ ਸ਼੍ਰੋਮਣੀ ਕਮੇਟੀ ਮਤੇ ਬੜੇ ਪਾਸ ਕਰਦੀ ਆ। ਹਰ ਇਜਲਾਸ ਵਿੱਚ 384 ਦਾ ਮਤਾ ਪਾਸ ਕੀਤਾ ਜਾਂਦਾ ਜੀ, ਲੇਕਿਨ ਉਦੋਂ ਕਹਾਣੀ ਤੁਰੇ ਜਾਂਦਾ। ਉੱਥੇ ਮਤਾ ਪਾਸ ਕਰਤਾ, ਬਾਅਦ ਕਹਾਣੀ ਖਤਮ ਹੋ ਗਈ ਜੀ। ਤੇ ਸਰਕਾਰਾਂ ਕੀ ਪਰਵਾਹ ਕਰਦੀਆਂ ਮਤੇ ਪਾਸ ਕਰਨ ਦੀ ਜੀ। ਇਸ ਕਰਕੇ ਉਹ ਮਤਾ ਜਿਹੜਾ 1981 ਚ ਪਾਸ ਕੀਤਾ ਸੀ, ਉਹਦੇ ਉੱਤੇ ਬਾਦਲ ਸਾਹਿਬ ਨੇ ਪੋਚਾ ਪਿਛਲੇ ਸਾਲ ਫੇਰਤਾ ਸੀਗਾ ਤੇ 40 ਸਾਲ ਬੀਤ ਗਿਆ ਤੇ ਹੁਣ ਤੋਂ ਤਾਂ ਨਾ ਹੀ ਕੋਈ ਨਹੀਂ ਦਿੰਦਾ ਕਿ ਸਿੱਖ ਇੱਕ ਵੱਖਰੀ ਕੌਮ ਆ ਜੀ। ਚਲੋ, ਤੇ ਅਖੰਡ ਪਾਠੀਆਂ ਨੇ ਕਿਉਂ ਧਰਨਾ ਲਾਤਾ ਜੀ? ਫਿਰ ਪਹਿਲੀ ਗੱਲ ਤੇ ਅਖੰਡ ਪਾਠੀਆਂ ਦੀ ਯੂਨੀਅਨ ਬਣਾਉਣ ਦੇ ਵਿੱਚ ਇੱਕ ਟਕਸਾਲ ਦੇ ਮੈਂਬਰ ਦਾ ਬੜਾ ਵੱਡਾ ਰੋਲ ਆ। ਅੱਛਾ ਜੀ। ਉਹਨੇ ਕਿਹਾ ਤੁਸੀਂ ਆਪਣੀ ਯੂਨੀਅਨ ਬਣਾਓ ਤੇ ਇਹਨਾਂ ਦੀ ਗੱਲ ਸਾਫ਼ਾ ਪਾਓ। ਅੱਗੇ ਕੀ ਹੁੰਦਾ ਸੀ ਵੀ ਜਦੋਂ ਬੀਬੀ ਸੁਰਿੰਦਰ ਕੌਰ ਬਾਦਲ ਜਿਉਂਦੇ ਸੀਗੇ ਤੇ ਉਹ 10ਵੀਂ ਪਾਠੀ ਜਾਂਦੇ ਸੀ ਬੀਬੀ ਜੀ ਕੋਲ ਤੇ ਦੂਰੋਂ ਵਿਖ ਲੈਂਦੇ ਵੀ ਤੁਹਾਨੂੰ ਦੱਸੋ ਜੀ ਕੀ ਪ੍ਰੋਬਲਮ ਦਾ ਜੀ। ਉਹ ਓਦਾਂ ਉਹਨੂੰ ਜ਼ਬਾਨੀ ਕਲਮ ਦੱਸ ਦਿੰਦੇ ਸੀ ਬੀਬੀ ਜੀ ਸਾਡੀ ਆਹ ਮੰਗ ਹੈਗੀ ਤੇ ਤੁਸੀਂ ਤੇ ਗੌਰ ਕਰਿਓ, ਤੇ ਉਹ ਕੁਛ ਨਾ ਕੁਛ ਕਹਿ ਕੇ ਪ੍ਰਧਾਨ ਨੂੰ ਉਹ ਦਵਾ ਦਿੰਦੇ ਸੀ ਜੀ। ਤੇ ਹੁਣ ਕੋਈ ਵਾਰਸ ਨਹੀਂ ਰਹਿ ਗਿਆ, ਇਹਨਾਂ ਆਪਣੀ ਯੂਨੀਅਨ ਬਣਾ ਲਈ ਹੁਣ। ਪਾਠੀਆਂ ਦੀ ਯੂਨਿਟ ਸ਼੍ਰੋਮਣੀ ਕਮੇਟੀ ਜੀ ਬਾਣੀ ਮਹਿਨਾ ਰਖਾਉਂਦੀ ਆ ਜੀ। ਹਾਂਜੀ, ਬਹੁਤ ਤਕੜੀ ਗੱਲ ਆ, ਬੜੀ ਵੱਡੀ ਗੱਲ ਆ। ਅਜੇ ਤੱਕ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੀ ਕੋਈ ਯੂਨੀਅਨ ਨਹੀਂ ਬਣੀ। ਜੇ ਇਹਨਾਂ ਇੱਕ ਐਸੋਸੀਏਸ਼ਨ ਸਾਬਕਾ ਮੁਲਾਜ਼ਮਾਂ ਦੀ ਬਣਾਈ ਤੇ ਉਹ ਵੀ ਬੋਲ ਕੇ ਰਾਜੀ ਨਹੀਂ ਕੋਈ ਹੈਗਾ। ਮੈਂ ਉਹਨਾਂ ਦੇ ਪ੍ਰਧਾਨ ਨੂੰ ਕਿਹਾ, ਮੈਂ ਕਿਹਾ ਯਾਰ ਇਹਦੇ ਤੇ ਬੋਲ ਤੂੰ। ਉਹ ਕਹਿੰਦਾ ਨਹੀਂ ਯਾਰ ਸਾਨੂੰ ਸ਼੍ਰੋਮਣੀ ਕਮੇਟੀ ਦੇ ਕਮਰਾ ਦਿੱਤਾ ਆਪਣਾ ਦਫ਼ਤਰ ਖੋਲ੍ਹਣ ਵਾਸਤੇ, ਸੀ ਕਿਉਂ ਬੋਲਾਂ? ਦੱਸੋ ਵੀ ਘੱਟੋ ਘੱਟ ਸੱਚ ਤੋਂ ਬੋਲਦੇ ਤੇ ਆਹ ਗੱਲ ਹੋਣੀ ਚਾਹੀਦੀ ਹੈ। ਜਦੋਂ ਕਿ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੀ ਕੋਈ ਯੂਨੀਅਨ ਨਹੀਂ, ਲੇਕਿਨ ਪਾਠੀਆਂ ਨੇ ਯੂਨੀਅਨ ਬਣਾ ਲਈ। ਹੁਣ ਪਾਠੀ ਕਰਦੇ ਕੀ ਆ ਜੀ? 3 ਘੰਟੇ ਡਿਊਟੀ ਹੁੰਦੀ ਆ 2 ਪਾਠੀਆਂ ਦੀ ਲਗਾਤਾਰ ਜੀ। 2 ਪਾਠੀਆਂ ਦੇ ਵਿੱਚੋਂ ਇੱਕ ਨੇ ਜਿਹੜਾ ਸੀ ਪੌਣਾ ਘੰਟਾ ਵਾਰੀ ਇਹਨਾਂ ਨੇ ਪਾਠ ਕਰਨਾ ਹੁੰਦਾ ਤੇ ਉਹ 2 ਬਹਿੰਦੇ ਨੇ ਉੱਥੇ ਜੀ। ਇੱਕ ਬਹਿ ਗਿਆ, ਇੱਕ ਪਾਠ ਕਰੀ ਜਾਂਦਾ, ਦੂਜਾ ਆਪਣੇ ਕੰਮ ਕਰੀ ਜਾਂਦਾ ਬਾਹਰ। ਪੈਸੇ ਉਹਨਾਂ ਬਰਾਬਰ ਦੇ ਮਿਲ ਜਾਣੇ ਉਹਨਾਂ ਨੂੰ ਉੱਥੋਂ ਜੀ। ਹੁਣ ਉਹਦੇ ਵਿੱਚ ਜਿਹੜਾ ਮੈਨੇਜਰ ਬਾਬਾ ਬਕਾ ਵਾਲਾ ਉਹਨੇ ਸੋਚਿਆ ਵੀ ਇਹ ਤੇ ਗਲਤ ਕੰਮ ਕਰਦੇ ਆ। ਉਹਨੇ 22 ਪਾਠੀਆਂ ਦੀ ਛੁੱਟੀ ਕਰਤੀ, ਭਾਈ ਤੁਹਾਡੀ ਸਾਨੂੰ ਲੋੜ ਨਹੀਂ ਜੀ, ਸਾਡੇ ਕੋਲ ਕੰਮ ਨਹੀਂ ਹੈਗਾ। ਹੁਣ ਉਸ ਰੋਸ ਦੇ ਵਿੱਚ ਉਹਨੇ ਘਰ ਨੂੰ ਤੋਰੇ ਸੀ, ਉਹਦੇ ਰੋਸ ਦੇ ਵਿੱਚ ਇਹਨਾਂ ਨੇ ਹੁਣ ਧਰਨਾ ਦਿੱਤਾ ਸ਼੍ਰੋਮਣੀ ਕਮੇਟੀ ਦਫ਼ਤਰ ਦੇ ਬਾਹਰ ਜੀ। ਜੇ 328 ਸਰੂਪਾਂ ਕੀਤਾ ਸੀ ਤੇ ਕੁੱਟ ਕੇ ਤੁਸੀਂ ਉਹਨਾਂ ਨੇ ਪੁਲਿਸ ਜਾਤੇ ਸੀ। ਕੀ ਉਹ ਗ੍ਰੰਥੀਆਂ ਕੀ ਕਰੋਗੇ ਤੁਸੀਂ ਜੀ? ਉਹਨਾਂ ਧਰਨਾ ਦਿੱਤਾ, ਆਪਣਾ ਮੰਗ ਪੱਤਰ ਦਿੱਤਾ ਵਾ, ਆਉਣ ਵਾਲੇ ਦਿਨ ਵਾਰਨਿੰਗ ਵੀ ਦੇ ਦਿੱਤੀ ਹੈ ਵੀ ਜੇ ਸਾਡੀ ਇਹ ਨਾਪੰਗ ਪੂਰੀ ਕੀਤੀ ਤੇ ਅਸੀਂ ਵੱਡੇ ਪੱਧਰ ਤੇ ਕਰਾਂਗੇ ਜੀ। ਸ਼੍ਰੋਮਣੀ ਕਮੇਟੀ ਵਿੱਚ ਪਾਠੀਆਂ ਦੀ ਜਿਹੜੀ ਇਹ ਬਣਾਉਣ ਵਾਸਤੇ ਸਾਡੇ ਚਰਨਜੀਤ ਸਿੰਘ ਜੱਸੋਵਾਲ ਨੇ ਕਿ ਸ਼੍ਰੋਮਣੀ ਕਮੇਟੀ ਮੈਂਬਰ ਜੀ, ਉਹਨਾਂ ਤੇ ਇਹ ਦੋਸ਼ ਲੱਗਦਾ ਕਿ ਇਹਨਾਂ ਨੇ ਯੂਨੀਅਨ ਬਣਾਈ ਹੈ ਤੇ ਬੀਬੀ ਜਗੀਰ ਕੌਰ ਬੜੀ ਔਖੀ ਇਸ ਗੱਲ ਤੋਂ ਜੀ। ਪਰ ਉਹ ਬੈਠੇ ਨੇ ਆਪਣਾ ਹੱਕ ਮੰਗਦੇ। ਤੁਸੀਂ ਵੈਸੇ ਵੀ ਆਪਣਾ ਮੰਗ ਪੱਤਰ ਦੇ ਸਕਦੇ ਹੋ, ਜਾ ਕੇ ਸਕੱਤਰ ਨੂੰ ਦੇ ਸਕਦੇ ਹੋ, ਅਖਬਾਰ ਜਾ ਸਕਦੇ ਹੋ, ਤੁਸੀਂ ਧਰਨਾ ਦੇ ਸਕਦੇ ਜੀ। ਲੇਕਿਨ ਧਰਨਾ ਦਿੱਤਾ ਜੀ ਉਹਨਾਂ ਜੀ। ਤੇ ਹੁਣ ਆਪਾਂ ਗੱਲਬਾਤ ਨੂੰ, ਖਬਰਾਂ ਨੂੰ ਅੱਗੇ ਤੋਰੀਏ ਤਾਂ ਪ੍ਰੋਫੈਸਰ ਮਨਜੀਤ ਸਿੰਘ ਦਾ ਬਿਆਨ ਆਇਆ, ਉਹਨਾਂ ਨੇ ਖਾਲੀ ਸਟੇਜ ਦੀ ਜਿਹੜੀ ਹੈ ਕੋਈ ਉਸ ਬਾਰੇ ਕੋਈ ਸਪਸ਼ਟੀਕਰਨ ਦਿੱਤਾ। ਕੀ ਮਾਮਲਾ ਹੋਇਆ ਖਾਲੀ ਸਟੇਜ ਬਾਰੇ, ਕਿਉਂ ਉਹਨਾਂ ਨੂੰ? ਉਹ ਮਾਮਲਾ ਇਹ ਹੈ ਜੀ, ਪ੍ਰੋਫੈਸਰ ਮਨਜੀਤ ਸਿੰਘ ਜਿਹੜੇ ਸਾਡੇ ਨੌਜਵਾਨ ਜਦੋਂ ਕਿਤੇ ਸਮਾਗਮ ਕਰਦੇ ਆ, ਪੰਚਾਇਤ ਕਰਦੇ ਆ, ਕਿਸਾਨ ਇਕੱਠਾਂ ਕਰਦੇ ਆ ਤੇ ਸਾਡੇ ਸੰਯੁਕਤ ਮੋਰਚੇ ਦੇ ਕਿਸਾਨਾਂ ਨੂੰ ਬੁਲਾ ਲੈਂਦੇ ਹਾਂਜੀ। ਹੁਣ ਰੌਲਾ ਇਹ ਪੈ ਗਿਆ ਵੀ ਇਹਨਾਂ ਨੇ ਕਹਿਤਾ ਵੀ ਜਦੋਂ ਉਹ ਬੱਬੂ ਮਾਨ ਬੋਲਿਆ ਤੇ ਬੋਲ ਕੇ ਚਲਾ ਗਿਆ ਤੇ ਲੋਕ ਉੱਠ ਕੇ ਚਲੇ ਗਏ ਜੀ। ਤੇ ਸੰਯੁਕਤ ਮੋਰਚੇ ਦੇ ਇੱਕ ਲੀਡਰਾਂ ਨੇ ਕਿਹਾ ਭਾਈ ਤੁਸੀਂ ਸਾਰੇ ਉੱਠ ਕੇ ਜਾ ਰਹੇ ਹੋ, ਕੁਛ ਬਹਿ ਤੇ ਜਾਓ ਸਾਡੀ ਗੱਲ ਸੁਣਨ ਵਾਸਤੇ ਤੁਸੀਂ ਜੀ। ਉਹਦੇ ਤੇ ਉਹਨਾਂ ਸਪਸ਼ਟੀਕਰਨ ਦਿੱਤਾ ਸੀ ਬਿਲਕੁਲ ਗਲਤ ਆ, ਇਸ ਚੀਜ਼ ਨੂੰ ਜਿਹੜਾ ਗਲਤ ਪੇਸ਼ ਕੀਤਾ ਜਾ ਰਿਹਾ ਵਾ। ਬੱਬੂ ਮਾਨ ਦੇ ਆਉਣ ਤੋਂ ਪਹਿਲਾਂ ਲੋਕ ਬੈਠੇ ਸੀ ਜਿਹੜੇ ਸਾਡੇ ਕਿਸਾਨ ਮੋਰਚੇ ਦੇ ਆਗੂ, ਉਹਨਾਂ ਨੂੰ ਸੁਣਨ ਵਾਸਤੇ ਜੀ। ਉਸੇ ਸਟੇਜ ਤੋਂ ਜੋਗਰਾਜ ਸਿੰਘ ਨੇ ਬੜੇ
ਇੱਕ ਦੇ ਜ਼ੋਰ ਨਾਲ ਗੱਲ ਕੀਤੀ ਸੀ ਕਿ ਪਾਰਟੀ ਬਣਾਓ, ਬੰਦੇ ਖੜੇ ਕਰੋ, ਸਿੱਧੂ ਮੇਰਾ ਪੁੱਤਰ ਆ, ਮੈਂ ਬਾਬਾ ਦੀਪ ਸਿੰਘ ਦਾ ਪੁੱਤਰ ਆ, ਬੜੀ ਜਿੱਦਾਂ ਗੱਲਾਂ ਕਰਦਾ। ਹਾਂ ਹੀ ਕਰਦਾ ਹੁੰਦਾ, ਮੈਂ ਸ਼ਹੀਦ ਬਾਬਾ ਦੀਪ ਸਿੰਘ, ਪੁੱਤਰ ਸ਼ਹੀਦ ਬਾਬਾ ਦੀਪ ਸਿੰਘ, ਹਮੇਸ਼ਾ ਹੀ। ਬਿਲਕੁਲ 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 ਬਿਲਕੁਲ। ਤੇ ਉਹਦੇ ਵਿੱਚ ਉਹਨੇ ਇੰਨੀ ਗੱਲ ਕਹਿਤੀ ਤੇ ਇਹਨਾਂ ਮੁੜ ਕੇ ਇੱਕ ਬਿਆਨ ਦੇ ਦਿੱਤਾ, ਕਹਿਤਾ ਆਪਣੀ ਸਾਈਟ ਦੇ ਉੱਤੇ ਕਹਿਤਾ, ਉਹਨੇ ਕਹਿਤਾ ਜੀ ਜਦੋਂ ਬੱਬੂ ਮਾਨ ਚਲੇ ਗਿਆ ਲੋਕ ਉੱਠ ਕੇ ਚਲੇ ਗਏ, ਹੋ ਸਕਦਾ 10-20-50 ਬੰਦੇ ਉਹਦੇ ਸਾਥ ਨਾਲ ਚਲੇ ਗਏ ਔਰ ਜੀ ਜੀ ਬਾਕੀ ਸੰਗਤ ਬੈਠੀ। ਉਹਦੇ ਤੇ ਸਪਸ਼ਟੀਕਰਨ ਦਿੱਤਾ ਮਨਜੀਤ ਸਿੰਘ ਨੇ, ਮੈਂ ਉੱਥੇ ਸੀਗਾ, ਮੈਂ ਮੌਕੇ ਤੇ ਮੌਜੂਦ ਜੀ। ਇਹੋ ਜਿਹੀਆਂ ਤੁਸੀਂ ਜਿਹੜੀਆਂ ਦਰਾੜਾ ਪੈਦਾ ਨਾ ਕਰੋ, ਦਰਾੜਾ ਪੈਦਾ ਕਰਨੀ ਮਾੜੀ ਗੱਲ। ਅਸੀਂ ਨੌਜਵਾਨਾਂ ਦੇ ਨਾਲ ਆ, ਨੌਜਵਾਨਾਂ ਨੂੰ ਨਾਲ ਲੈ ਕੇ ਚੱਲਾਂਗੇ। ਕਿਸਾਨਾਂ ਨੂੰ ਲੋਕਾਂ ਨੇ ਸੁਣਿਆ। ਡਾਕਟਰ ਦਰਸ਼ਨਪਾਲ ਨੇ ਠੋਕ ਵਜਾ ਕੇ ਕਿਹਾ ਵੀ ਸਾਡੀ ਕੋਈ ਪਾਰਟੀ ਬਣਾਉਣ ਦਾ ਕੋਈ ਪ੍ਰੋਗਰਾਮ ਨਹੀਂ ਜੀ, ਸਾਡਾ ਪ੍ਰੋਗਰਾਮ ਕਿਸਾਨੀ ਮੰਗਾਂ ਵਾ, ਕਿਸਾਨੀ ਮੋਰਚਾ ਵਾ, ਉੱਥੋਂ ਤੱਕ ਸੀਮਤ। ਅਸੀਂ ਜੇ ਕਿਸੇ ਨੇ ਪਾਰਟੀ ਕੋਈ ਬਣਾਉਣੀ ਤੇ ਸਾਡੇ ਤੋਂ ਪਾਸੇ ਜਿੱਤ ਕੇ ਬਣਾ ਲੇ ਜੀ, ਅਸੀਂ ਕੋਈ ਪਾਰਟੀ ਨਹੀਂ ਬਣਾਉਣੀ। ਤੇ ਉਹਦਾ ਸਪਸ਼ਟੀਕਰਨ ਦਿੱਤਾ ਵੀ ਕੋਈ ਨਹੀਂ ਉੱਠ ਕੇ ਗਿਆ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਤੇ ਇਹੋ ਜਿਹੀਆਂ ਜਿਹੜੀਆਂ ਅਫਵਾਹਾਂ ਨਾ ਫਾਓ, ਇਹੋ ਜਿਹੀਆਂ ਮਨਹੂਸ ਖਬਰਾਂ ਨਾ ਫੈਲਾਓ, ਇਹ ਮੁੜ ਕੇ ਮੋਰਚੇ ਤੇ ਅਸਰ ਪਾਉਂਦੀਆਂ। ਬਿਲਕੁਲ ਪਾਉਂਦੀਆਂ ਜੀ, ਪਰ ਹਟਦੇ ਨਹੀਂ ਨਾ ਉਹ। ਫਿਰ ਗੱਲ ਇਹ ਸਾਡੇ ਵਾਲੇ ਵੀ ਨਹੀਂ ਸਮਝਦੇ ਉਹ। ਜੇ ਆਪਾਂ ਗੱਲ ਕਰੀਏ ਹੈਂਜੀ, ਤਾਂ ਉਹ ਕੱਲ ਰੁਲਦੂ ਸਿੰਘ ਹੋਰੀ ਕਹਿੰਦੇ ਵੀ ਇੱਥੋਂ ਸਵਾਲ ਉੱਠੇ, ਕਹਿੰਦੇ ਜੀ ਤੁਸੀਂ ਕਿਉਂ ਨਹੀਂ ਉਹਨਾਂ ਦੇ ਹੱਕ 'ਚ ਬੋਲਦੇ? ਕਹਿੰਦੇ ਅਸੀਂ ਕੰਮ ਕਰੀ ਜਾਂਦੇ, ਕਹਿੰਦੇ ਤਸਵੀਰਾਂ ਕੋਈ ਹੋਰ ਖਿਚਾਈ ਜਾਂਦਾ, ਕਹਿੰਦੇ ਖਿਚਾਈ ਜਾਓ, ਤੁਸੀਂ ਕਿਉਂ ਨਹੀਂ? ਉਹ ਕਹਿੰਦੇ ਭਾਈ ਉਹਨਾਂ ਨੂੰ ਇੰਨਾ ਕੁ ਮਿਸਗਾਈਡ ਕੀਤਾ ਵੀ ਉਹਨਾਂ ਨੇ ਸਾਡੇ ਨਾਲ ਤਸਵੀਰਾਂ ਖਿਚਾਉਣੀਆਂ ਹੀ ਨਹੀਂ, ਉਹ ਸਾਡੇ ਪ੍ਰਤੀ ਇੰਨਾ ਕੀ ਜ਼ਹਿਰ ਭਰ ਦਿੱਤਾ ਇਹਨਾਂ ਲੋਕਾਂ 'ਚ, ਕਹਿੰਦੇ ਰਹੇ ਰੱਬ ਦਾ ਨਾ। ਜੀ 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 ਹੁਣ ਦੇਖੋ, ਪ੍ਰੋਫੈਸਰ ਮਨਜੀਤ ਸਿੰਘ ਨੇ ਹੋਰੀ ਗੱਲ ਕਹਿਤੀ ਅੱਜ ਇੱਕ ਇੰਟਰਵਿਊ ਦੇ ਵਿੱਚ ਜੀ। ਉਹਨਾਂ ਨੇ ਕਹਿਤਾ ਵੀ ਸਾਨੂੰ ਜਿਹੜਾ ਵਾ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰਨਾ ਚਾਹੀਦਾ। ਜੇਲ੍ਹ ਭਰੋ ਅੰਦੋਲਨ ਇਹਨਾਂ 9 ਮਾਰਚ ਨੂੰ ਸ਼ੁਰੂ ਕਰਨਾ ਪਹਿਲਾਂ ਫੈਸਲਾ ਕੀਤਾ ਸੀ, ਮੁੜ ਕੇ ਉਹ ਮੁਲਤਵੀ ਕਰ ਦਿੱਤਾ ਜੀ। ਜੇਲ੍ਹ ਭਰੋ ਅੰਦੋਲਨ ਦਾ ਮਤਲਬ ਹੁੰਦਾ ਵੀ ਸਰਕਾਰ ਤੇ ਇੰਨਾ ਕੁ ਬੋਝ ਪਾ ਦਿਓ, ਇੰਨੇ ਕਿ ਲੋਕ ਜੇਲ੍ਹਾਂ 'ਚ ਭੇਜ ਦਿਓ ਵੀ ਸਰਕਾਰ ਸੰਭਾਲ ਹੀ ਨਾ ਸਕੇ ਤੇ ਤੁਹਾਡੀ ਗੱਲ ਮੰਨਣ ਲਈ ਮਜਬੂਰ ਹੋ ਜਾਵੇ। ਐਮਰਜੈਂਸੀ ਦੇ ਮੋਰਚੇ ਦੇ ਸਭ ਤੋਂ ਵੱਧ ਜਿਹੜੇ ਸਾਡੇ ਸਿੱਖਾਂ ਨੇ ਜਿਹੜੇ ਸੀ ਮੋਰਚਾ ਲਾਇਆ ਸੀ ਤੇ ਇੰਦਰਾ ਗਾਂਧੀ ਨੂੰ ਮਜਬੂਰ ਕਰ ਦਿੱਤਾ ਸੀ ਜੀ, ਜਿਹਦੇ ਮੁੜ ਕੇ ਵਿਸਾਖਾ ਨੀਲਾ ਤਾਰਾ ਵੀ ਹੋਇਆ, ਜਿਹਦੇ ਵਿੱਚ 84 ਵੀ ਹੋਈ, ਇੱਥੇ ਬੜਾ ਕੁਛ ਸੋਚਿਆ। ਜੇ ਕਿਤੇ ਉਦੋਂ ਸਾਡੇ ਲੀਡਰਾਂ ਦੀ ਆਪਸੀ ਖਿੱਚੋਤਾਣ ਨਾ ਹੁੰਦੀ, ਇਹ ਗਲਤੀਆਂ ਨਾ ਕਰਦੇ ਤੇ ਇਹਦੇ ਹਾਲਾਤ ਕੁਝ ਹੋਰ ਹੁੰਦੇ ਜੀ। ਵਿਸਾਖਾ ਨੀਲਾ ਤਾਰਾ ਦਾ ਹੁੰਦਾ, ਸਾਡੀਆਂ ਮੰਗਾਂ ਵੀ ਪ੍ਰਵਾਨ ਹੋ ਜਾਂਦੀਆਂ, ਸਾਡੀ ਜਿਹੜੀ ਸੀ ਅੱਜ ਨੂੰ ਜਿਹੜੀ ਸਿਚੁਏਸ਼ਨ ਸਾਡਾ ਇਤਿਹਾਸ ਕੁਝ ਹੋਰ ਹੁੰਦਾ। ਲੇਕਿਨ ਉਹ ਗਲਤੀਆਂ ਕੀਤੀਆਂ, ਇਸ ਕਰਕੇ ਜੇਲ੍ਹ ਭਰੋ ਅੰਦੋਲਨ ਪ੍ਰੋਫੈਸਰ ਸਾਹਿਬ ਤੁਸੀਂ ਕਹਿੰਦੇ ਹੋ ਠੀਕ ਆ ਜੀ, ਲੇਕਿਨ ਇਹਨਾਂ ਨੂੰ ਸਰਬਸੰਮਤੀ ਦਾ ਫੈਸਲਾ ਲਓ ਪਹਿਲਾਂ ਕਿ ਜੇਲ੍ਹ ਭਰੋ ਅੰਦੋਲਨ ਪਹਿਲਾਂ ਕਿਹਨੇ ਜਾਣਾ ਅੰਦਰ? ਹਾਂ, ਜਾਣਾ ਕੀ ਨੇ, ਗੱਲ ਵੀ ਸਿਆਣੀ ਹੈ। ਹਾਂਜੀ ਹਾਂਜੀ ਜੀ। ਤੇ ਪੱਟੀ ਸਾਹਿਬ, ਭਾਜਪਾ ਆਗੂਆਂ ਨਾਲ ਜਿਹੜੀ ਹੈ ਲੁਕਣ ਮੀਚੀ ਬੜੀ ਚੱਲ ਰਹੀ ਹੈ ਕਿਸਾਨਾਂ ਦੀ, ਕੋਈ ਕਿੱਧਰ ਚੱਲਦੇ। ਇੱਥੇ ਸਾਡੇ ਬਠਿੰਡੇ ਵੀ ਆਏ, ਬਹੁਤ ਕੁਝ ਬੋਲ ਕੇ ਗਏ ਨੇ। ਆਪਣੇ ਜਿਹੜੇ ਨੇ ਜੈਣੀ ਸਾਹਿਬ, ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਮੈਂ ਜਿਹੜਾ ਕੈਪਟਨ ਸਾਹਿਬ ਨੂੰ ਘੇਰਾਂ, ਇਹਨਾਂ ਨੇ ਆਹ ਕੀਤਾ, ਇਹਨਾਂ ਨੇ ਕੀ ਕਹਿੰਦੇ ਆ ਲੋਨ ਮਾਫ ਕਰਨ ਦੀ ਗੱਲ ਕੀਤੀ, ਇਹਨਾਂ ਦੀ ਗੱਲ ਕੀਤੀ, ਉਹਨਾਂ ਨੇ ਆਪਦੀ ਗੱਲ ਕੋਈ ਨਹੀਂ ਕੀਤੀ। ਪਰ ਕਿਸਾਨ ਜਿਹੜੇ ਨੇ ਉਹਦੇ ਮਗਰ ਫਿਰਦੇ ਰਹੇ, ਹੋਰ ਕਿੱਥੇ ਕਿੱਥੇ ਮਗਰ ਫਿਰਦੇ ਰਹੇ ਜੀ ਇਹਨਾਂ ਨਾਲ ਲੁਕਣ ਵਿੱਚ। ਦੇਖੋ ਜੀ, 2 ਥਾਵਾਂ ਤੇ ਹੋਇਆ। ਇੱਕ ਰਜੇਸ਼ ਬੱਲਾ ਜਿਹੜੇ ਸੀ ਰੋਪੜ ਪ੍ਰੈਸ ਨੂੰ ਕਰਨ ਲੱਗੇ ਸੀ ਤੇ ਉੱਥੇ ਵੀ ਕਿਸਾਨਾਂ ਦਾ ਰੌਲਾ ਪਾਤਾ ਜੀ। ਤੇ ਪਹਿਲਾਂ ਸਾਡੇ ਨਾਲ ਗੱਲ ਕਰੋ, ਪਹਿਲਾਂ ਸਾਡੀ ਮੰਗ ਤੇ ਗੌਰ ਕਰੋ, ਫਿਰ ਤੁਸੀਂ ਕਰ ਸਕਦੇ ਹੋ। ਇਸ ਦਾ ਜਾਣੀ ਸਾਹਿਬ ਦੀ ਪਹਿਲਾਂ ਹੋਟਲ 'ਚ ਪ੍ਰੈਸ ਨੂੰ ਰੱਖੀ, ਕਿਸਾਨ ਪਹੁੰਚ ਗਏ, ਮੁੜ ਕੇ ਦੂਜੀ ਜਗ੍ਹਾ ਉੱਥੇ ਹੀ ਪਹੁੰਚ ਗਏ ਕਿਸਾਨ ਜੀ। ਕਹਿਣ ਤੋਂ ਬਾਅਦ ਵੀ ਜਾਣੀ ਸਾਹਿਬ ਜਿਹੜੀਆਂ ਗੱਲਾਂ ਤੁਸੀਂ ਪਹਿਲੇ ਦਿਨ ਕੀਤੀਆਂ ਸੀ ਉਹ ਯਾਦ ਕਰੋ, ਅੱਜ ਦੀਆਂ ਯਾਦ ਕਰੋ। ਪਹਿਲੇ ਦਿਨ ਤੁਸੀਂ ਕਿਹਾ ਸੀ ਮੈਂ ਕਿਸਾਨਾਂ ਦੇ ਨਾਲ ਆ, ਮੈਂ ਕਿਸਾਨਾਂ ਨਾਲ ਆ, ਮੈਂ ਕਿਸਾਨ ਆ, ਮੈਨੂੰ ਕੱਢਣ ਦੀ ਪਾਰਟੀ 'ਚੋਂ ਕੱਢ ਦਿਓ। ਲੇਕਿਨ ਤੁਹਾਨੂੰ ਦਿੱਲੀ ਥੱਕ ਕੇ ਛੱਡ ਕੇ ਇੱਕ ਥਾਪੜਾ ਦਿੱਤਾ, ਤੁਸੀਂ ਕਹਿੰਦੇ ਨਹੀਂ ਜੀ ਕਾਨੂੰਨ ਤੇ ਬੜੇ ਵਧੀਆ ਅੱਗੇ ਕਿਸਾਨ ਗਲਤ ਨੇ। ਪਹਿਲਾਂ ਆਪਣੀ ਪੀੜ੍ਹੀ ਜਦੋਂ ਸੋਟਾ ਫੇਰੋ, ਫਿਰ ਦੂਜੇ ਨੂੰ ਪੁੱਛੋ ਵੀ ਤੂੰ ਕੀ ਕਰ ਰਿਹਾ ਜੀ। ਇਹਦੇ ਵਿੱਚ 2 ਥਾਵਾਂ ਦੇ ਉੱਤੇ ਅੱਜ ਕਿਸਾਨਾਂ ਨੇ ਜਿਹੜਾ ਵਾ ਇਹਨਾਂ ਦੋਵਾਂ ਨੂੰ ਅੱਗੇ ਲਾ ਕੇ ਭਜਾਇਆ ਵਾ, ਭਾਜਪਾ ਦੇ ਆਗੂਆਂ ਨੂੰ। ਤੇ ਇਹਦੇ ਮੁਤਲਕ ਜਦੋਂ ਇਹਨਾਂ ਦੀ ਐਗਜ਼ੈਕਟਿਵ ਦੀ ਅੱਜ ਤੋਂ 4 ਦਿਨ ਪਹਿਲਾਂ ਮੀਟਿੰਗ ਹੋਈ ਆ ਸਟੇਟ ਐਗਜ਼ੈਕਟਿਵ ਦੀ ਜੀ ਚੰਡੀਗੜ੍ਹ ਦੇ ਵਿੱਚ, ਉਹਦੇ ਵਿੱਚ ਅੰਮ੍ਰਿਤਸਰ ਤੋਂ ਇੱਕ ਸਾਬਕਾ ਮੰਤਰੀ ਅਨਿਲ ਜੋਸ਼ੀ ਨੇ, ਉਹ ਬੰਦਾ ਇਕੱਲਾ ਉੱਠਿਆ, ਉਹ ਕਹਿੰਦਾ ਜੀ ਸਾਨੂੰ ਤੇ ਕਿਸਾਨ ਘਰੋਂ ਨਹੀਂ ਬਾਹਰ ਨਿਕਲ ਦਿੰਦੇ ਜੀ। ਕਹਿੰਦਾ ਮੇਰੇ ਦੋਸਤ ਦੇ ਘਰ ਫੰਕਸ਼ਨ ਸੀਗਾ, ਤੂੰ ਨੇ ਕਿਹਾ ਮਨੂ ਜੀ ਮੇਰੇ ਘਰ ਤੁਸੀਂ ਫੰਕਸ਼ਨ ਤੇ ਆਉਣਾ, ਕਹਿੰਦਾ ਬਿਲਕੁਲ ਨਹੀਂ ਆਉਣਾ।
ਮੇਰੀ ਤੇ ਤੋਏ ਤੋਏ ਹੋਣੀ, ਤੇਰਾ ਵੀ ਫੰਕਸ਼ਨ ਖਰਾਬ ਹੋਊਗਾ ਉੱਥੇ ਜੀ। ਕਿਸਾਨਾਂ ਨੇ ਨਹੀਂ ਕਰਨ ਦੇਣਾ। ਉਹਨਾਂ ਦਾ ਅਸੀਂ ਕਿਸੇ ਰਿਸ਼ਤੇਦਾਰ ਦੇ ਉੱਤੇ ਨਾ ਮਰਦ ਜਾ ਸਕਦੇ ਆ, ਨਾ ਅਸੀਂ ਜੰਮਣ ਤੇ ਜਾ ਸਕਦੇ, ਫੰਕਸ਼ਨ ਨਹੀਂ ਜਾ ਸਕਦੇ ਅਸੀਂ। ਤੁਸੀਂ ਕਿਸਾਨਾਂ ਦਾ ਕਿਉਂ ਨਹੀਂ ਫੈਸਲਾ ਕਰਦੇ ਕੋਈ ਜਾ ਕੇ ਬਹਿ ਕੇ ਉਹਨਾਂ ਨਾਲ ਜੀ? ਉਸ ਬੰਦੇ ਨੇ, ਇੱਕੋ ਬੰਦੇ ਨੇ, ਅਨਿਲ ਜੋਸ਼ੀ ਨੇ ਆਪਣੀ ਜਿਹੜੀ ਸਟੇਟ ਐਗਜ਼ੈਕਟਿਵ ਤੇ ਮੁੱਦਾ ਉਠਾਇਆ ਬਕਾਇਦਾ ਤੌਰ ਤੇ। ਅੱਛਾ ਜੀ। ਤੇ ਜੇ ਕਿਤੇ ਜਾਣੀ ਸਾਹਿਬ ਉੱਥੇ ਬੈਠੇ ਸੀ, ਜੇ ਸਾਰੇ ਸਪੋਰਟ ਕਰਦੇ ਇਹਨਾਂ ਦੀ, ਤੇ ਮੈਂ ਸੋਚਦਾ ਵੀ ਉਹਦੇ ਹਾਲਾਤ ਕੁਝ ਹੋਰ ਹੁੰਦੇ। ਇੱਕ ਬੰਦੇ ਨੇ ਗੱਲ ਕੀਤੀ, ਉਹਦੀ ਆਏਗੀ ਗੱਲ ਹੋਗੀ। ਜੇ 4 ਬੰਦੇ ਕਰਦੇ ਤੇ ਜਿਹੜੀ ਸਟੇਟ ਬੋਡੀ ਸੀ, ਉਹਨੂੰ ਨੈਸ਼ਨਲ ਬੋਡੀ ਸੀ, ਉਹਨੂੰ ਪਤਾ ਹੁੰਦਾ ਵੀ ਇੱਥੇ ਕਿਸਾਨ ਕਿੰਨੇ ਲੋਕ ਕਿੰਨੇ ਦੁਖੀ ਹੋਏ ਸਾਡੇ ਬੀਜੇਪੀ ਦੇ ਆਪ। ਜੀ ਜੀ ਜੀ। ਇਸ ਕਰਕੇ ਜਾਣੀ ਸਾਹਿਬ ਜਿਹੜੀਆਂ ਪਹਿਲਾਂ ਤੁਸੀਂ ਗੱਲ ਕੀਤੀ ਸੀ, ਜਾਂ ਤਾਂ ਉੱਤੇ ਅੜ ਜਾਓ, ਫਿਰ ਤਾਂ ਤੁਸੀਂ ਨੁਕਤਾ ਜਿੰਨੀ ਕਰਦੇ ਕੈਪਟਨ ਦੀ ਚੰਗੀ ਗੱਲ ਕਰਦੇ ਹੋ। ਅਸੀਂ ਨਹੀਂ ਕੈਪਟਨ ਦੇ ਹੱਕ ਦੇ, ਤੁਸੀਂ ਜਿਸ ਕੀ ਕਰੋ। ਪਹਿਲਾਂ ਆਪਣੀ ਪੀੜ੍ਹੀ ਦਾ ਛੋਟਾ ਪਹਿਲਾਂ ਤੁਸੀਂ ਕਿਹਾ ਸੀ ਜੀ। ਤੁਹਾਡੀ ਵਾਈਫ ਨੇ ਕੀ ਕਿਹਾ ਸੀ ਜਦੋਂ ਉਹਦੇ ਘਰ ਕਿਸਾਨ ਜਾ ਕੇ ਬੈਠੇ ਸੀ ਵੜਿੰਗ ਹੋਰੀ? ਉਹਨਾਂ ਗੱਲਾਂ ਨੂੰ ਯਾਦ ਕਰੋ, ਉਹਨਾਂ ਤੇ ਪਹਿਰਾ ਦਿਓ। ਕਿਸਾਨ ਤੁਹਾਡੇ ਨਾਲ ਹੈ, ਕਿਸਾਨ ਕੋਈ ਬਾਹਰ ਦੇ ਨਹੀਂ ਹੈਗੇ। ਤੁਸੀਂ ਪ੍ਰੈਸ ਨੂੰ ਇੱਕ ਕਰਕੇ ਦੱਸ ਕਰੋ ਅੱਜ ਕਹਿੰਦੇ ਮੈਂ ਕਿਸਾਨਾਂ ਨਾਲ ਖੜਾ ਜੀ, ਕੋਈ ਗੱਲ ਨਹੀਂ ਜੀ ਜੀ। ਤੇ ਪਟਰੀ ਸਾਹਿਬ, ਜੇਕਰ ਗੱਲ ਕਰੀਏ ਤਾਂ ਆਪਾਂ ਨੀਤਿਕਾ ਕਤਲकांड ਦੀ ਜੀ, ਨਿਕਿਤਾ ਦੀ, ਤੇ ਇਹਦਾ ਕੀ ਅਪਡੇਟ ਹੈ? ਕੋਈ ਕਹਿੰਦੇ ਬਿਲਕੁਲ ਫੈਸਲਾ ਜਿਹੜਾ ਹੈ ਉਹ ਜਿਹੜਾ ਸਿਰੇ ਤੇ ਪਹੁੰਚ ਗਿਆ। ਪਹਿਲਾਂ ਤਾਂ ਦੱਸੋ ਨਿਕਿਤਾ ਸੀ ਕੌਣ? ਨਿਤਿਕਾ ਇੱਕ ਕਾਲਜ ਚ ਪੜ੍ਹਦੀ ਕੁੜੀ ਸੀ ਜੀ, ਫਰੀਦਾਬਾਦ ਦੀ ਗੱਲ ਹੈ। ਉਹ ਕਾਲਜ ਪੜ੍ਹਦੀ ਗੱਲ ਸੀ ਤੇ ਇੱਕ ਤਰਫੇ ਪਿਆਰ ਦੀ ਗੱਲ ਸੀ, ਤੇ 2-3 ਲੜਕੇ ਆਏ ਤੇ ਉਹਨਾਂ ਨੂੰ ਆਪਣੀ ਕਾਰ ਚ ਸੁੱਟਣ ਦੀ ਕੋਸ਼ਿਸ਼ ਕੀਤੀ ਜੀ। ਇਹਨੇ ਵਿਰੋਧ ਕੀਤਾ। ਉੱਥੇ ਵਿਰੋਧ ਕਰਨ ਦੇ ਉੱਤੇ ਉਹ ਇਹਨਾਂ ਦੀ ਕਾਰ 'ਚ ਨਹੀਂ ਬੈਠੀ ਤੇ ਇਹਨਾਂ ਫਿਰ ਗੁੱਸੇ 'ਚ ਆ ਕੇ ਉਹਨੂੰ ਗੋਲੀ ਮਾਰ ਦਿੱਤੀ। 2 ਕੇ 3 ਗੋਲੀਆਂ ਮਾਰੀਆਂ, ਉਹ ਕੁੜੀ ਦੀ ਮੌਕੇ ਤੇ ਡੈਥ ਹੋ ਗਈ ਜੀ। ਉਹ ਬੰਦੇ ਭੱਜ ਗਏ, ਪਹਿਲਾਂ ਤੇ ਫੜੇ ਨਹੀਂ ਗਏ, ਮੁੜ ਕੇ ਜਦੋਂ ਬੰਦੇ ਫੜੇ ਗਏ, ਉਹ 'ਚੋਂ ਇੱਕ ਨਾ ਬਰੀ ਕੀਤਾ ਤੇ 2 ਨੂੰ ਦੋਸ਼ੀ ਠਹਿਰਾ ਦਿੱਤਾ ਵਾ ਪਰਸੋਂ ਜੀ, ਜਿਨ੍ਹਾਂ ਦੀ ਸਜ਼ਾ ਦਾ ਫੈਸਲਾ ਜਿਹੜਾ ਕੱਲ ਨੂੰ ਹੋਣਾ ਅੱਜ। ਉਹਦੇ ਫਾਦਰ ਨੇ ਇਹ ਮੰਗ ਕੀਤੀ ਅਦਾਲਤ ਨੂੰ ਵੀ ਇਹਨਾਂ ਲੋਕਾਂ ਨੂੰ ਜਿਹੜੀ ਫਾਂਸੀ ਦੀ ਸਜ਼ਾ ਹੋਵੇ ਤੇ ਫਿਰ ਸਾਡਾ ਘਰ ਪੂਰਾ। ਸਾਡੀ ਇੱਕ ਨੌਜਵਾਨ ਹੋਣ ਵਾਲੀ ਕੁੜੀ ਗਈ ਹੈ ਘਰ ਦੇ ਵਿੱਚ ਜੀ, ਜਿਹਦੇ ਜਿਹੜੇ ਸੀ ਬੜੇ ਤਕੜੇ ਬਹੁਤ ਜਿਹੜੀਆਂ ਉਹ ਆਪਣੀਆਂ ਆਸਾਂ ਲੈ ਕੇ, ਬੜੀਆਂ ਉਮੀਦਾਂ ਲੈ ਕੇ, ਜਿਹੜੀਆਂ ਸਾਡੀ ਉਮੀਦਾਂ ਬੜੀਆਂ ਸੀ ਤੇ ਉਹਦੀਆਂ ਖਾਸ਼ਾਂ ਬੜੀਆਂ ਸੀ। ਉਹ ਕਹਿੰਦੀ ਮੈਂ ਨਾਸਾ ਤੱਕ ਪਹੁੰਚਣਾ ਵਾ ਜੀ, ਮੈਂ ਵੱਡੀ ਅਫਸਰ ਬਣਨਾ ਵਾ। ਇਹੋ ਜਿਹੀਆਂ ਉਹ ਖਾਸ਼ਾਂ ਲੈ ਕੇ ਆਪਣੇ ਸਮਝ ਬੈਠੀ ਸੀ ਤੇ ਇਹਨਾਂ ਲੋਕਾਂ ਨੇ ਸਿਰਫ ਇਸ ਕਰਕੇ ਮਾਰਤਾ ਵੀ ਕਿਉਂਕਿ ਲਵ ਜਹਾਜ਼ ਦਾ ਕਾਨੂੰਨ ਹਰਿਆਣੇ 'ਚ ਲਾਗੂ ਨਹੀਂ ਹੋਇਆ ਜੀ, ਤੇ ਲਵ ਜਹਾਜ਼ ਦੀ ਸਪੋਰਟ ਕੀਤੀ ਹੈ ਤੇ ਨਾਲ ਉਹਦੇ ਤੋਂ ਮੰਗ ਕੀਤੀ ਹੈ ਅਦਾਲਤ ਕੋਲੋਂ ਕਿ ਇਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਹੁਣ ਵੇਖੋ ਕੱਲ ਨੂੰ ਉਹਨਾਂ ਦੀ ਸਜ਼ਾ ਹੋਣੀ ਆ, ਉਹਨਾਂ ਨੂੰ ਉਮਰ ਕੈਦ ਤੇ ਵੜਤੇ ਪਈ ਹੈ ਜੀ, ਤਾਂ ਹੋਣੀ ਉਹਨਾਂ ਨੂੰ। ਜੇ ਉਹਨਾਂ ਪਰਿਵਾਰ ਨੇ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਹੈ ਤੇ ਬਾਕੀ ਜੱਜ ਤੇ ਡਿਪੈਂਡ ਕਰਦਾ ਵੀ ਇੱਕ ਜਿਹੜੀ ਆ ਅਵਲਾ ਜਿਹਨੇ ਕੋਈ ਕਸੂਰ ਨਹੀਂ ਕੀਤਾ, ਕੋਈ ਗੁਨਾਹ ਨਹੀਂ ਕੀਤਾ, ਉਹਨੂੰ ਜ਼ਬਰਦਸਤੀ ਕਰਨਾ, ਇੱਕ ਤੇ ਜ਼ਬਰਦਸਤੀ ਕਾਰਜ ਬਿਠਾਉਣਾ, ਦੂਜਾ ਉਹਨੂੰ ਗੋਲੀ ਮਾਰ ਕੇ ਮਾਰਨਾ, 2 ਕ੍ਰਾਈਮ ਇਕੱਠੇ ਕੀਤੇ ਤੁਸੀਂ। ਤੇ ਜੱਜ ਸਾਹਿਬ ਕਿੰਨਾ ਸਖਤ ਫੈਸਲਾ ਦਿੰਦੇ ਹੁਣ ਕੱਲ ਨੂੰ ਪਤਾ ਲੱਗ ਜੀ। ਤੇ ਅਮਿਤ ਸ਼ਾਹ ਹੋਰੀ ਰੈਲੀਆਂ ਕਰ ਰਹੇ ਨੇ, ਜਿੱਥੇ ਕਿਤੇ ਥੋੜੀ ਜਿਹੀ ਭੀੜ ਘੱਟ ਆ ਉੱਥੇ ਜਾਂਦੇ ਨਹੀਂ, ਜਾਂ ਹੈਲੀਕਾਪਟਰ ਖਰਾਬ ਹੋ ਜਾਂਦਾ ਜਾਂ ਕੁਝ ਹੋ ਰਿਹਾ ਹੈ। ਤੇ ਉਧਰ ਤਾਮਿਲਨਾਡੂ ਦੇ ਵਿੱਚ ਵੀ ਕਹਿੰਦੇ ਭਗਵਾਨ ਤੇ ਇਨਸਾਨ ਦੇ ਵਿੱਚ ਮੁਕਾਬਲਾ, ਤੇ ਇੱਧਰ ਅਮਿਤ ਸ਼ਾਹ ਬਾਰੇ ਵੀ ਗੱਲ ਸੁਣਾ ਦਿਓ ਜੀ। ਜਿਹੜੀ ਅਮਿਤ ਸ਼ਾਹ ਦੀ ਗੱਲ ਹੈ ਜੀ, ਜਦੋਂ ਇਹ ਗਏ ਨੇ ਇੱਕ ਰੈਲੀ ਦੇ ਵਿੱਚ ਕੇਰਲਾ ਦੇ ਵਿੱਚ, ਤੇ ਉੱਥੇ ਭੀੜ ਬੜੀ ਘੱਟ ਸੀ ਜੀ, ਤੇ ਇਹਨਾਂ ਨੇ ਕਿਹਾ ਭਾਈ ਦੱਸੋ ਇੱਥੇ ਬੋਲਾਂ ਮੈਂ ਕੀ, ਤੁਹਾਨੂੰ ਬੰਦੇ ਇਕੱਠੇ ਕਰਨ ਵਾਸਤੇ ਕੀਤਾ, ਤੁਸੀਂ ਕੀ ਆ? ਅੱਗੋਂ ਉੱਥੋਂ ਦੇ ਪ੍ਰਧਾਨ ਦਾ ਜਵਾਬ ਸੀ, ਸ਼ਾਹ ਜੀ ਸਾਡੇ ਵਾਸਤਾ ਰੋਗ ਨਹੀਂ ਜੀ, ਇੱਥੋਂ ਦੇ ਲੋਕ ਪੜ੍ਹੇ ਲਿਖੇ ਬੜੇ ਆ, ਪੜ੍ਹੇ ਲਿਖੇ ਹੋਣ ਕਰਕੇ ਆਪਣਾ ਨਫਾ ਨੁਕਸਾਨ ਸੋਚ ਕੇ ਜਾਂਦੇ ਆ ਕਿਤੇ ਜੀ। ਇਸ ਕਰਕੇ ਸਾਨੂੰ ਇਹ ਘਾਟਾ ਪੈ ਰਿਹਾ ਵੀ ਇੱਥੋਂ ਲੋਕ ਪੜ੍ਹੇ ਲਿਖੇ ਨੇ, ਉਹ ਰੈਲੀਆਂ ਕੁੱਲੇ ਚ ਉੱਥੇ ਜਾਂਦੇ ਜਿੱਥੇ ਮਹਿਸੂਸ ਕਰਦੇ ਵੀ ਸਾਡਾ ਇੱਥੇ ਕੋਈ ਭਲਾਈ ਹੋਊਗੀ। ਇਸ ਕਰਕੇ ਭੀੜ ਜਿਹੜੀ ਉਹ ਘੱਟ ਵੇਖ ਕੇ 15 ਮਿੰਟਾਂ ਚ ਉਹ ਰੈਲੀ ਚ ਖਤਮ ਕਰਕੇ ਤੇ ਘਰ ਨੂੰ ਆ ਗਏ ਜੀ। ਦੂਸਰੇ ਪਾਸੇ ਤਾਮਿਲਨਾਡੂ ਦੀ ਗੱਲ ਹੈ ਜੀ, ਤਾਮਿਲਨਾਡੂ ਦੇ ਵਿੱਚ ਜੈਲਦਲਤਾ ਦੇ ਵਿੱਚ ਉੱਥੋਂ ਦੇ ਲੋਕਾਂ ਨੂੰ ਅੰਮਾ ਕਹਿੰਦੇ ਸੀ ਜੀ। 10 ਰੁਪਏ ਚ ਖਾਣਾ ਉਹਨੇ ਥਾਂ ਤੇ ਅੰਮਾ ਰਸੋਈ ਖੋਲ ਦਿੱਤੀ ਸੀ। ਹੁਣ ਅੰਮਾ ਦੇ ਜਾਣ ਤੋਂ ਬਾਅਦ ਜਿਹੜਾ ਸੀ ਉਹਨਾਂ ਦੇ ਜਿਹੜੇ ਪੈਰੋਕਾਰ ਆ, ਉਹਨਾਂ ਦੀ ਪਾਰਟੀ ਵਾਲੇ ਆ ਜੀ, ਉਹਨਾਂ ਨੇ ਕੀਤਾ ਜੈਲਦਲਤਾ ਦਾ ਇੱਕ ਮੰਦਿਰ ਬਣਾਇਆ।
ਉੱਥੇ ਇੱਕ ਮੂਰਤੀ ਲਾਈ ਜੈਲਲਤਾ ਦੀ ਜੀ, ਨਾਲ ਉਹਦੇ ਰਾਮਾ ਚੰਦਰ ਨੇ ਉਹਦੇ ਗੁਰੂ ਦੀ ਮੂਰਤੀ ਲਾਤੀ ਉਹਨਾਂ ਨੇ। ਦੋ ਮੂਰਤੀਆਂ ਲਾ ਕੇ ਉਹਨਾਂ ਨੂੰ ਭਗਵਾਨ ਦਾ ਰੂਪ ਦਿੱਤਾ ਵੀ ਸਾਡੇ ਵਾਸਤੇ ਭਗਵਾਨ ਸਾਨੂੰ ਨਾ ਰੁਜ਼ਗਾਰ ਵੀ ਦਿੱਤਾ, ਸਾਨੂੰ ਰੋਟੀ ਵੀ ਦਿੱਤੀ ਹੈ, ਸਾਨੂੰ ਰਹਿਣ ਲਈ ਮਕਾਨ ਵੀ ਦਿੱਤਾ ਜੀ। ਸਾਡਾ ਭਗਵਾਨ ਤੇ ਇਹੀ ਹੈ। ਹੁਣ ਉਹਦੇ ਵਿੱਚ ਮਾਨਯੋਗ ਸਾਡੇ ਬੀਜੇਪੀ ਵਾਲੇ ਜਿਹੜੇ ਬੰਦੇ ਗਏ ਨੇ ਜੀ, ਇਹਨਾਂ ਜਾ ਕੇ ਆਪਣੀਆਂ ਮੂਰਤੀਆਂ ਰੱਖਤੀਆਂ ਨੇ। ਉਹਦੇ ਵਿੱਚ ਮੂਰਤੀ ਮੋਦੀ ਸਾਹਿਬ ਦੀ ਵੀ ਰੱਖ ਦਿੱਤੀ ਗਈ ਹੈ ਜੀ, ਉਹਦੇ ਵਿੱਚ ਸ਼ਾਹ ਜੀ ਵੀ ਰੱਖ ਦਿੱਤੀ ਗਈ ਹੈ। ਇਹਦੀ ਵੀ ਪੂਜਾ ਤੁਸੀਂ ਕਰੋ ਜੀ। ਇਸ ਕਰਕੇ ਦੂਜੇ ਇੱਕ ਪਾਸੇ ਭਗਵਾਨ ਹੋ ਗਏ, ਭਗਵਾਨ ਦਾ ਦਰਜਾ ਮਿਲ ਗਿਆ ਉਹਨਾਂ ਨੂੰ, ਦੂਜੇ ਪਾਸੇ ਪਾਰਟੀ ਵਾਲੇ ਇਨਸਾਨ ਹੋ ਗਏ। ਇਸ ਕਰਕੇ ਉੱਥੇ ਭਗਵਾਨ ਤੇ ਇਨਸਾਨ ਦੀ ਲੜਾਈ ਆ। ਤੇ ਸੁਬਰਾਮਨੀਅਮ ਸਾਹਿਬ ਨੇ ਕਹਿਤਾ ਸੀ ਤਾਮਿਲਨਾਡੂ ਦੇ ਵਿੱਚ ਭਾਈ ਜਿਹੜੀ ਭਾਜਪਾ ਇੱਥੇ 20 ਸੀਟਾਂ ਤੇ ਚੋਣ ਲੜ ਰਹੀ ਹੈ ਜੀ, ਤੇ 20 ਦੇ ਵਿੱਚੋਂ 18 ਬੰਦੇ ਬਾਹਰ ਦੇ ਨੇ, 2 ਬੰਦੇ ਸਾਡੇ ਵਰਕਰ ਨੇ ਜੀ। ਜੇ ਅਸੀਂ ਸਾਰੀਆਂ ਸੀਟਾਂ ਦੇ ਬੰਦੇ ਖੜੇ ਕਰਨੇ ਹੁਣ ਤੇ ਫਿਰ ਕਿੱਥੋਂ ਲੈ ਕੇ ਆਵਾਂਗੇ ਅਸੀਂ? ਤੁਹਾਨੂੰ ਪਤਾ ਉਹ ਸੱਚ ਬੋਲ ਦਿੰਦੇ ਸੁਬਰਾਮਨੀਅਮ ਸਾਹਿਬ ਜੀ। ਇਸੇ ਕਰਕੇ ਉਹ ਕਹਿੰਦੇ ਵੀ ਬੀਜੇਪੀ ਉਹ ਪਾਰਟੀ ਨਹੀਂ ਰਹੀ ਜਿਹੜੀ ਦੁਸ਼ਮਣ ਪਾਰਟੀ ਸੀ, ਜਿਹੜੀ ਕਿਸੇ ਆਦੇਸ਼ ਨੂੰ ਮੰਨਣ ਵਾਲੀ ਪਾਰਟੀ ਸੀ, ਹੁਣ ਮਲਕੂਬਾ ਬਣ ਚੁੱਕੀ ਹੈ। ਕਈ ਆਏ ਕਈ ਗਏ ਤੁਰੇ ਆ ਰਹੇ ਨੇ, ਜਿਹਦਾ ਪਤਾ ਵੀ ਇਹ ਤੇ ਸੱਤਾ ਮਿਲ ਸਕਦੀ ਆ ਉਹਨੂੰ ਇਹ ਧੜਾ ਲਿਆ ਰਹੇ ਨੇ। ਇਸ ਕਰਕੇ ਉੱਥੇ ਮੰਦਿਰ ਬਣਾਤਾ, ਜਿਉਂਦਾ ਜੀ ਮੰਦਿਰ ਬਣਾਤਾ ਬੰਦੇ ਦਾ। ਵੇਖ ਲਓ ਇਹ ਵੀ ਨਵੀਂ ਗੱਲ ਆ। ਤੁਹਾਨੂੰ ਪਤਾ ਹੋਏਗਾ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਮੇਰੇ ਖਿਆਲ 2012 ਕੇ 13 ਸਨਮਾਨਿਤ ਕੀਤਾ ਸੀ, ਪੰਥ ਰਤਨ ਦਾ ਖਿਤਾਬ ਦਿੱਤਾ। ਹਾਂਜੀ, ਇੱਥੇ ਦਿੱਤਾ ਸੀ। ਹਾਂਜੀ, ਉਦੋਂ ਲੋਚਨਾ ਹੋਈ ਸੀਗੀ ਵੀ ਪੰਥ ਰਤਨ ਜਿਹੜਾ ਸਿੱਖ ਕੌਮ ਦੇ ਸਭ ਤੋਂ ਵੱਡਾ ਖਿਤਾਬ ਆ। ਮਾਸਟਰ ਤਾਰਾ ਸਿੰਘ ਨੂੰ ਖਿਤਾਬ ਅਕਾਲ ਤਖਤ ਤੋਂ ਨਹੀਂ ਮਿਲਿਆ, ਸੰਗਤਾਂ ਨੇ ਦਿੱਤਾ ਸੀ ਉਹਨੂੰ ਅੱਜ ਪੰਥ ਰਤਨ ਕਹਿੰਦੇ ਆ। ਉਦੋਂ ਲੋਚਨਾ ਕਿਤੇ ਜਹਦਰ ਗੁਰਚਰਨ ਸਿੰਘ ਥੋੜਾ ਨੂੰ ਇਹ ਜਿਹੜਾ ਸੀ ਉਹ ਬਾਅਦ ਚ ਮਿਲਿਆ ਸੀਗਾ ਜੀ। ਸ਼੍ਰੋਮਣੀ ਕਥਾ ਕਰਦਾ ਜਿਹੜਾ ਅਵਾਰਡ ਮਿਲਿਆ ਸੀ ਆਪਣੇ ਮਸਕੀਨ ਸਾਹਿਬ ਨੂੰ ਬਾਅਦ ਚ ਮਿਲਿਆ ਸੀਗਾ। ਇਹ ਪੰਥ ਰਤਨ ਦਾ ਮਤਲਬ ਇਹ ਆ ਵੀ ਇਹ ਬੰਦੇ ਦਾ ਜਿਹੜਾ ਇਹਨੇ ਕੰਮ ਕੀਤੇ ਆਪਣੀ ਜ਼ਿੰਦਗੀ 'ਚ ਬਹੁਤ ਚੰਗੇ ਕੀਤੇ ਆ, ਬਹੁਤ ਸੇਵਾ ਕੀਤੀ, ਇਹਨੂੰ ਪੰਥ ਰਤਨ ਦੇ ਦਿਓ। ਜਦੋਂ ਜਿਉਂਦੇ ਜੀ ਨੂੰ ਤੁਸੀਂ ਦੇ ਦਿੰਦੇ ਆ ਤੇ ਜੋ ਆਉਣ ਵਾਲੇ ਸਮੇਂ 'ਚ ਕੋਈ ਗਲਤੀ ਕਰਦਾ ਤੇ ਫਿਰ ਉਹਦੇ ਬਾਰੇ ਤੁਸੀਂ ਕੀ ਕਹੋਗੇ? ਉਹ ਗਲਤੀ 2015 ਚ ਕੀਤੀ ਗਈ ਜਦੋਂ ਸੌਦਾ ਸਾਹਿਬ ਨੂੰ ਮਾਫੀ ਦਿੱਤੀ ਗਈ। ਉਦੋਂ ਬੜੀ ਮੰਗ ਉੱਠੀ ਸੀ ਵੀ ਇਹਨਾਂ ਕੋਲੋਂ ਇਹ ਅਵਾਰਡ ਪੰਥ ਰਤਨ ਫਕਰੇ ਕੌਮ ਵਾਪਸ ਲਿਆ ਜਾਵੇ ਜੀ। ਤੇ ਵਾਪਸ ਕਿਹਨੇ ਦੇਣਾ ਸੀਗਾ? ਜਿੱਦਾਂ ਉਹਨਾਂ ਗੁਲਾਮਾਂ ਨੇ ਦੇਣ ਵਾਲਿਆਂ ਨੇ। ਇਸੇ ਕਰਕੇ ਜਿਹੜੀ ਇਹ ਮੂਰਤੀ ਮੰਦਿਰ ਬਣਾਇਆ ਗਿਆ ਉਹਦੇ ਵਿੱਚ ਜੇ ਮੂਰਤੀ ਰੱਖਣੀ ਸੀ ਜੈਲਦਾਲਤਾ ਚ ਰੱਖਤੀ, ਉਹਨਾਂ ਦੀ ਆਪਣੀ ਖਾਸ ਸੀਗੀ, ਉਹਨਾਂ ਦੀ ਧਾਰਨਾ ਸੀ। ਰਾਮਾ ਚੰਦਰ ਵੀ ਇੱਥੇ ਨਹੀਂ ਹੈਗਾ ਦੁਨੀਆ ਤੇ, ਜੈਲਦਾਲਤਾ ਨਹੀਂ ਹੈਗੀ। ਜਿਹੜੇ ਜਿਉਂਦੇ ਜੀ ਤੁਸੀਂ ਮੂਰਤੀਆਂ ਰੱਖ ਕੇ ਉੱਥੇ ਪੂਜਾ ਕਰ ਰਹੇ, ਕੀ ਕਰ ਰਹੇ ਹੋ? ਕੀ ਸ਼ਬਦ ਕਰ ਰਹੇ ਹੋ? ਮਾਇਆਵਤੀ ਨੇ ਆਪਣੇ ਬੁੱਤ ਲਾਏ ਸੀ ਥਾਂ ਦੇ ਉੱਤੇ ਜਦੋਂ ਮੁੱਖ ਮੰਤਰੀ ਬਣੀ ਯੂਪੀ ਦੇ ਵਿੱਚ। ਅੱਜ ਬੁੱਤ ਲੱਭਦੇ ਹੋ ਅਗਲਾ ਤੋੜ ਕੇ ਕਿਤੇ ਪਹੁੰਚਾਤੇ ਜੀ। ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਸ਼ੁਕਰੀਆ, ਮਿਹਰਬਾਨੀ ਸਮਾਂ ਦੇਣ ਦੇ ਲਈ। ਸੋ ਇਹ ਸਨ ਸਰਦਾਰ ਜਸਵੀਰ ਸਿੰਘ ਪੱਟੀ ਹੋਣੀ। ਤੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨ ਦੀ ਮੈਨੂੰ ਸਵਰਨ ਸਿੰਘ ਦਾ ਦਿਓ ਜੀ ਇਜਾਜ਼ਤ। ਕੱਲ੍ਹ ਨੂੰ ਮੁਲਾਕਾਤ ਹੋਏਗੀ। ਕੱਲ੍ਹ ਨੂੰ ਪੰਜਾਬ ਬੰਦ ਹੈ ਫੇਸਬੁੱਕ ਪੇਜ ਅਤੇ YouTube ਚੈਨਲ ਦੇ ਉੱਤੇ ਤੁਹਾਨੂੰ ਮਿਲਦੇ ਰਵਾਂਗੇ। ਸੋ ਧੰਨਵਾਦ ਤੁਹਾਡਾ, ਸ਼ੁਕਰੀਆ। ਸ਼ਮਾਦਾਨ